फातिमा मैं अपनी मां जिन्नी मेहनत करदी खातून अपनी जिंदगी च नहीं वेखी। ਮੈਨੂੰ ਲੱਗਦਾ ਹੈ ਕਿ ਪਹਿਲੀ ਜਿਹੜੀ ਕੁੜੀ ਹੁੰਦੀ ਹੈ ਉਹ ਵੈਸੀ ਮਾਂ ਕੀ ਬੈਸਟ ਫਰੈਂਡ ਹੀ ਹੁੰਦੀ ਹੈ। ਧੀਆਂ ਰਾਣੀਆਂ ਤੇ ਉਹ ਵੇਖੋ ਨਾ ਕਿੰਨੂੰ ਪਿਆਰੀਆਂ ਨਹੀਂ ਹੁੰਦੀਆਂ। ਤੁਹਾਡੀ ਕੋਈ ਬੇਟੀ ਹੈ ਵੇ? मैं दोनों बहुआं नूं बेटियां दी तरह ही रखी। माशाअल्लाह, बहुत खूबसूरत गल। जिंद ने मानी नी माए हाले ना डोली पाके जिंद ने माने अजे पूरे ना होए जाके जिंद ने मानी है। सदके जावां रब्बा धीयां दे के ते ਆਹਾ मेरे जनाजे दी तू रौनक जम्मी। छड़ देस में उड़ पुड़ अस्सलाम वालेकुम जी। हवेली मित्रा ਦੇ ਵੇਖਣ ਵਾਲੇ तमाम ਮਿੱਤਰਾਂ ਨੂੰ ਜੀ ਆਇਆਂ ਨੂੰ ਆਖਾਂਗੇ। ਮੈਂ ਤੁਹਾਡੀ ਮੇਜ਼ਬਾਨ ਫਾਤਿਮਾ ਤੇ ਜ਼ਾਹਰਾ ਤੇ ਮੇਰੇ ਨਾਲ ਮੌਜੂਦ ਨੇ ਜਵਾਦ ਕਾਲੋਂ ਤੇ ਉਮੀਦ ਕਰਨੇ ਆ ਕਿ ਸਾਡੇ ਵੇਖਣ ਵਾਲੇ ਤੇ ਸਾਡੇ ਨਾ ਵੇਖਣ ਵਾਲੇ ਸਾਰੇ ਖੈਰ ਨਾਲ ਹੋਣਗੇ। ਸਭ ਬਿਲਕੁਲ ਖੈਰ ਖੈਰੀਅਤ ਦੇ ਨਾਲ ਹੋਣਗੇ ਜੀ। ਤੇ ਰੋਜ਼ਿਆਂ ਦਾ ਮੁਬਾਰਕ ਮਹੀਨਾ ਵੀ ਸ਼ੁਰੂ ਹੋ ਗਿਆ ਜਵਾਦ ਸਾਹਿਬ। ਤੇ ਰੋਜ਼ਿਆਂ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਸਕੂਨ ਵੱਖਰਾ ਹੁੰਦਾ ਹੈ, ਇਬਾਦਤ ਦਾ ਮਜ਼ਾ ਵੱਖਰਾ ਹੁੰਦਾ ਹੈ ਤੇ એનર્ਜੀ ਜਿਹੜੀ ਹੈ ਨਾ ਕੁਝ ਹਾਈ ਹੋ ਜਾਂਦੀ ਹੈ ਜੀ। ਬਿਲਕੁਲ ਇਹਦੇ ਆਪਣੇ ਰੰਗ ਨੇ ਜੀ। ਕਿਸੇ ਨੂੰ ਆਪਣੇ ਬਚਪਨ ਦੇ ਰੋਜ਼ੇ ਚੇਤੇ ਆਉਂਦੇ ਨੇ, ਕਿਸੇ ਨੂੰ ਵੱਡਿਆਂ ਹੋ ਕੇ ਜਿਹੜਾ ਨਾ ਉਹਦੀਆਂ ਕੋਈ ਯਾਦਾਂ ਨੇ। ਸੋ ਰਮਜ਼ਾਨ ਦੇ ਨਾਲ ਹਰ ਕਿਸੇ ਦੀਆਂ ਕੋਈ ਨਾ ਕੋਈ ਯਾਦਾਂ ਜਿਹੜੀਆਂ ਨੇ ਉਹ ਜੁੜੀਆਂ ਨੇ, ਉਹ ਚੰਗੀਆਂ ਹੀ ਯਾਦਾਂ ਨੇ। ਤੇ ਮਜ਼ੀਦ ਨਵੀਆਂ ਯਾਦਾਂ ਅਸੀਂ ਬਣਾ ਰਹੇ ਹਾਂ ਤੇ ਇਹ ਸਿਲਸਿਲਾ ਵੀ ਜਾਰੀ ਰਹੇਗਾ। ਹਵੇਲੀ ਦਾ ਵੀ ਜੀ ਬਕਾਇਦਾ ਤੌਰ ਤੇ ਆਗਾਜ਼ ਕਰਦੇ ਹਾਂ ਤੇ ਅੱਜ ਹਵੇਲੀ ਦਾ ਜਿਹੜਾ ਅਸੀਂ ਟੌਪਿਕ ਚੁਣਿਆ ਉਹ ਬੜਾ ਖਾਸ ਹੈ। ਖਾਸ ਤੌਰ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜਵਾਦ ਸਾਹਿਬ, ਕਿਉਂਕਿ ਜਦੋਂ ਗੱਲ ਕਰਨੇ ਆ ਅਸੀਂ ਧੀਆਂ ਦੀ, ਬੜੀ ਹੀ ਖਾਸ ਕੋਈ ਮਖਲੂਕ ਹੈ। ਰੱਬ ਦਾ ਬਹੁਤ ਹੀ ਪਿਆਰਾ ਜੀ ਨੇ, ਹੈ ਨਾ, ਬਹੁਤ ਪਿਆਰਾ ਜੀ, ਬਹੁਤ ਖੂਬਸੂਰਤ ਰੌਣਕ ਹੁੰਦੀ ਹੈ ਤੇ ਕੋਈ ਵੀ ਘਰ ਦਾ ਜਿਹੜਾ ਰੰਗ ਹੁੰਦਾ ਨਾ ਉਹ ਮੁਕੰਮਲ ਨਹੀਂ ਹੁੰਦਾ ਜੇ ਘਰ ਦੇ ਵਿੱਚ ਧੀਆਂ ਨਾ ਹੋਣ ਤੇ ਖੂਬਸੂਰਤੀ ਜ਼ਰਾ ਥੋੜੀ ਜੀ ਮਾਟੀ ਹੁੰਦੀ ਹੈ। ਤੇ ਅੱਜ ਖਾਸ ਜਿਹੜਾ ਸਾਡਾ ਟੌਪਿਕ ਹੈ ਉਹ ਵੀ ਧੀ ਰਾਣੀ ਹੈ ਜੀ। ਉਹਨਾਂ ਦੇ ਉੱਤੇ ਹੀ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਅਸੀਂ ਬੜੇ ਖਾਸ ਜੀ ਵੀ ਹਵੇਲੀ ਦੇ ਅੰਦਰ ਸੱਦੇ ਨੇ। ਜਵਾਦ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਦੱਸੋ ਇਸ ਪਾਸੇ ਸਾਡੇ ਕੌਣ ਬੈਠੇ? ਅੱਜ ਜਿਹੜੀ ਅਸੀਂ ਉਹ ਸੱਜੀ ਖੱਬੀ ਸਾਈਡ ਥੋੜੀ ਜਿਹੀ ਚੇਂਜਿੰਗ ਕੀਤੀ ਹੈ। ਬਿਲਕੁਲ ਠੀਕ। ਲਓ ਜੀ, ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਬਹੁਤ ਪਿਆਰੇ, ਬੜੇ ਚੰਗੇ, ਬੜੇ ਇਲਮ ਵਾਲੇ ਪ੍ਰਾਹੁਣੇ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਨੇ। ਸਾਡੇ ਨਾਲ ਇੱਕ ਲੇਖਕ ਨੇ, ਬਹੁਤ ਅੱਛੇ ਸ਼ਾਇਰ ਨੇ। ਉਹਨਾਂ ਦੀਆਂ 24 ਦੇ ਕਰੀਬ ਕਿਤਾਬਾਂ ਜਿਹੜੀਆਂ ਨੇ ਉਹ ਛਪ ਚੁੱਕੀਆਂ ਨੇ। ਉਹਨਾਂ ਵਿੱਚੋਂ 20-21 ਦੇ ਕਰੀਬ ਜਿਹੜੀ ਨੇ ਉਹ ਪੰਜਾਬੀ ਸ਼ਾਇਰੀ 'ਤੇ ਨੇ। ਤੇ ਨਾਲ ਉਹ ਪ੍ਰੋਫੈਸਰ ਵੀ ਰਹੇ ਨੇ ਔਰ ਕੁਝ ਕਾਲਜਿਸ ਦੇ ਪ੍ਰਿੰਸੀਪਲ ਰਹੇ ਨੇ, ਹੁਣ ਰਿਟਾਇਰਡ ਲਾਈਫ ਗੁਜ਼ਾਰ ਰਹੇ ਨੇ। ਸਾਡੇ ਨਾਲ ਜੁੜੇ ਨੇ ਜੀ ਅब्बास मिर्ज़ा साहब। जी आनू सर। जी आनू आखांगे। बहुत शुक्रिया जी। की हाल चाल ने? मैं ठीक हाँ, तुसी ठीक हो? करम है मालिक दा, बिल्कुल ठीक। बहुत खुशी हुई, एडा अच्छा प्रोग्राम जिहड़ा ओह तुसां बुलाया है। क्या शानदार माहौल बनाया दा तुसां, बहुत मज़ेदार, बड़ा अच्छा है ਇਹ ਮਾਹੌਲ। ਤੁਸੀਂ ਤੁਹਾਡੇ ਵਰਗੇ ਪ੍ਰਾਹੁਣੇ ਨਾਲ ਹੀ ਸੱਜਦਾ, ਵਰਨਾ ਤੇ ਕੁਝ ਨਹੀਂ ਆ, ਭਾਂਡੇ ਟਿੰਡੇ ਨੇ ਹੋਰ ਕੀ। ਬਿਲਕੁਲ ਐਂ ਜੀ। ਤੇ ਅਸੀਂ ਇੱਥੇ ਤੇ ਬਹੁਤ ਗੱਲਾਂ ਬਾਤਾਂ ਕਰੀਆਂ ਨੇ, ਲੇਕਿਨ ਇੱਕ ਜੀ ਇਸ ਪਾਸੇ ਵੀ ਬਹੁਤ ਖਾਸ ਸਾਡੇ ਨਾਲ ਜੁੜਿਆ ਜੀ। ਪ੍ਰੈਕਟਿਸਿੰਗ ਗਾਇਨੋਕੋਲੋਜਿਸਟ ਨੇ ਡਾਕਟਰ ਅਰੂਬਾ ਰਹੀਮ ਸਾਹਿਬਾ, ਲਾਹੌਰ ਦੇ ਨਾਲ ਇਹਨਾਂ ਦਾ ਤਾਲੁਕ ਹੈ। ਫਟਾਫਟ ਇਹਨਾਂ ਨੂੰ ਵੈਲਕਮ ਕਵਾਂਗੇ ਤੇ ਬਹੁਤ ਜ਼ਿਆਦਾ ਗੱਲਬਾਤਾਂ ਇਹਨਾਂ ਦੇ ਨਾਲ ਕਰਾਂਗੇ। ਜੀ ਆਇਆਂ ਨੂੰ ਜੀ। ਕੈਸੀ ਡਾਕਟਰ ਸਾਹਿਬਾ, ਤੁਸੀਂ ਠੀਕ ਹੋ? ਜੀ ਥੈਂਕ ਯੂ ਵੈਰੀ ਮਚ। अस्सलाम वालेकुम। बहुत शुक्रिया मैनू इत्थे बुलाने दा। बहुत अच्छा टॉपिक है तुहाडा, मेरे इंटरस्ट है। मेरे तो सारे पेशेंट्स जेड़े या तो बेटियां हैगियां या माएँ हैं, तो बिल्कुल बहुत अहम शख्सियत जिंदगी घर की, क्योंकि इसी तो ही रौनक भी है। बिल्कुल बिल्कुल। ते नाल सेहत भी उन्नी अहम है। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੇ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਜਵਾਬ ਸਾਹਿਬ ਫਟਾਫਟ ਇਹ ਵੀ ਦੱਸ ਦਈਏ ਨਾ ਕਿ ਧੀ ਰਾਣੀ ਜਿਹੜਾ ਅਸੀਂ ਟੌਪਿਕ ਦਾ ਚੂਜ਼ ਕੀਤਾ ਉਹਦਾ ਇੱਕ ਵੱਡਾ ਮਕਸਦ ਇਹ ਵੀ ਸੀ ਕਿ ਇੱਕ ਬਹੁਤ ਹੀ ਖੂਬਸੂਰਤ ਟਰੈਕ ਸੁਨੋ ਪ੍ਰੋਡਕਸ਼ਨ ਦੇ ਵੱਲੋਂ ਜਿਹੜਾ ਸਜਾਦ ਸਾਹਿਬ ਨੇ ਲਿਖਿਆ ਹੈ ਉਹ ਤਿਆਰ ਹੋ ਚੁੱਕਿਆ ਜੀ, ਜਿੰਦ ਨਿਮਾਣੀ। ਤੇ ਅਸੀਂ ਵੇਖਦੇ ਹਾਂ ਕਿ ਜਵਾਬ ਸਾਹਿਬ ਲੋਕੀ ਉਹਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਔਰ ਅਸੀਂ ਅਗਰ ਸਾਡੇ ਵਿਊਅਰਸ ਨੂੰ ਯਾਦ ਹੋਵੇ ਤੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਉਹ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਸੁਨੋ ਪੰਜਾਬ ਪ੍ਰੋਡਕਸ਼ਨ ਜਿਹੜਾ ਉਹ ਹੁਣ ਗੀਤ ਔਰ ਮਿਊਜ਼ਿਕ ਵੀ ਪ੍ਰੋਡਿਊਸ ਕਰਿਆ ਕਰੇਗਾ। ਬਿਲਕੁਲ। ਉਹਨਾਂ ਵਿੱਚੋਂ ਹੀ ਇੱਕ ਗੀਤ ਜਿਹੜਾ ਉਹ ਧੀਆਂ ਰਾਣੀਆਂ ਦੇ ਬਾਰੇ 'ਚ, ਜਿੰਦ ਨਿਮਾਣੀ ਉਹਦਾ ਟਾਈਟਲ ਹੈ, ਉਹ ਅਸੀਂ ਪਹਿਲਾਂ ਸੁਣਨੇ ਆ ਤੇ ਫਿਰ ਉਹਦੇ ਬਾਰੇ 'ਚ ਅਸੀਂ ਗੱਲ ਕਰਾਂਗੇ ਜੀ। जिंद ने मानी नी माए
अजे पूरे ना होए जाके जिंद ने मानी है। सोरे कर है सख्त ठिकाना, उथे चले ना कोई बहाना, छड़ देस मैं उड़ पुड़ जाना। जा बाबुल दा तरला पाके जिंद ने माणी है, नी माए हले ना डोली पाके जिंद ने माणी है। मेरे रोंदे ने गुड्डियां पटोले, कोई दर्द मेरे नू फोले, कि मैं करा मापे नजरां तोले। मेरी सुन दे ना भैन पिरा के जिंद ने माणी है, नी माए हले ना डोली पाके जिंद ने माणी है। मेरी जिंद फिरे कमलाई, गल पहला समझ ना आई, क्यों सी पेके प्रीत लगाई। तू ही कर दे कुछ पाके जिंद ने माणी है, नी माए हले ना डोली पाके जिंद ने माणी है। क्यों पाली सी लाडो नाजी, किवें सोरे करने राजी, किंज जितनी है औखी बाजी। कुछ मैनू भी दे समझा के जिंद ने माणी है, नी माए हले ना डोली पाके जिंद ने माणी है। मेरा चोग है चिड़िया वाला, मैं सी तेरे गल दी माला, क्यों देनी है देस निकाला। मैं किन्ना लड़ाई खा के जिंद ने माणी है, नी माए हले ना डोली पाके जिंद ने माणी है। जे वसनी चलदा तेरा, दाज कर दे पूरा मेरा, साडा पंछी वांग बसेरा। मैनू वसण दे चज सिखा के जिंद ने माणी है, नी माए हले ना डोली पाके जिंद ने माणी है। ਕਿੱਦਾਂ ਵੇਖੋ ਖੂਬਸੂਰਤ ਹੈ ਵਾਹ, ਟਰੈਕ ਹੈ ਨਾ ਜਵਾਦ ਸਾਹਿਬ ਤੇ ਜਵਾਦ ਸਾਹਿਬ ਬਹੁਤ ਸ਼ੁਕਰੀਆ, ਐਡਾ ਸੋਹਣਾ ਗੀਤ ਤੁਸੀਂ ਸੁਣਾਇਆ ਹੈ। ਮੈਨੂੰ ਵੀ ਕਹਿ ਦਵੋ ਮੈਂ ਵੀ ਸੁਣਾਇਆ ਹੈ। ਬੜੇ ਵੀ ਧੰਨਵਾਦ। ਜਜ਼ਾਕ ਅੱਲਾ ਜੀ, ਜੀ, ਜਜ਼ਾਕ ਵਾਕਈ ਅੱਲਾ। ਬਹੁਤ ਤੇ ਸੋਹਣਾ ਗੀਤ ਬਹੁਤ ਹੈ। ਔਰ ਖੂਬਸੂਰਤ। ਧੀਆਂ ਰਾਣੀਆਂ ਤੇ ਉਹ ਵੇਖੋ ਨਾ ਕਿੰਨੂੰ ਪਿਆਰੀਆਂ ਨਹੀਂ ਹੁੰਦੀਆਂ, ਬਿਲਕੁਲ ਬਿਲਕੁਲ ਇੰਜ ਹੀ ਹੈ। ਤੇ ਜਿਨ੍ਹਾਂ ਦੀਆਂ ਨਹੀਂ ਵੀ ਹੁੰਦੀਆਂ ਉਹਨਾਂ ਨੂੰ ਵੀ ਉਹਨਾਂ ਨੂੰ ਪਿਆਰੀਆਂ ਵੀ, ਹਾਂ, ਹੁੰਦੀਆਂ ਨੇ। ਧੀਆਂ ਤੁਸੀਂ ਸਹੀ ਰਾਣੀਆਂ ਕਹਿ ਤੇ ਜੀ ਬਿਲਕੁਲ ਪਿਆਰ ਵਾਲਾ ਜੀ ਨੇ। ਬਿਲਕੁਲ ਜੀ। ਤੇ Song ਦੇ ਵਿੱਚ ਵੀ ਜਵਾਦ ਸਾਹਿਬ ਤੁਸੀਂ ਵੇਖਦੇ ਨਾ ਕਿ ਉਹ ਕਿੰਨਾ ਕਨੈਕਸ਼ਨ, ਇੱਕ ਮੁਹੱਬਤ, ਜਦੋਂ ਤੁਹਾਡਾ ਵਿਆਹ ਹੋ ਜਾਂਦਾ ਹੈ ਤੇ ਇੱਕ ਨਵਾਂ ਰਿਸ਼ਤਾ ਤੇ ਜੁੜਦਾ ਹੈ, ਲੇਕਿਨ ਆਪਣਾ ਪੇਕਾ ਤੁਹਾਡਾ ਦਿਲ ਨਹੀਂ ਕਰਦਾ ਉਹ ਛੱਡ ਕੇ ਔਖਾ ਹੀ ਜਾਣ ਦਾ, ਹੈ ਹੈ ਜੀ, ਨਾ, ਉਹ ਉਹ ਔਖਾ ਹੀ ਬਹੁਤ ਔਖਾ ਹੈ। ਇਵਨ ਡਾਕਟਰ ਸਾਹਿਬਾ ਤੁਸੀਂ ਵੀ ਰਿਲੇਟ ਕਰੋਗੇ ਇਸ ਗੱਲ ਨਾਲ, ਹੈ ਨਾ, ਕਿ ਇਹ ਜਿਹੜੇ ਜਜ਼ਬਾਤ ਹੁੰਦੇ ਨੇ ਕਿ ਤੁਹਾਡੇ ਤੇ ਇੱਕ ਨਵੇਂ ਘਰ ਦੀ ਜ਼ਿੰਮੇਵਾਰੀ ਪੈ ਰਹੀ ਹੈ, ਆਪਣਾ ਘਰ ਤੁਸੀਂ ਛੱਡਣ ਦਾ ਤੁਹਾਡਾ ਜੀ ਨਹੀਂ ਕਰ ਰਿਹਾ, ਤੇ ਭਾਵੇਂ ਕਿਸੇ ਵੀ ਉਮਰ ਦੇ ਹਿੱਸੇ 'ਚ ਟੁਰ ਜਾਓ, ਮਾਂ ਪਿਓ ਲਈ ਤੁਸੀਂ ਬੱਚੇ ਹੀ ਹੋ। ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿੰਦੇ ਪਏ ਹੋ। ਜਿਹੜੀ ਵੀ ਉਮਰ 'ਚ ਪਹੁੰਚ ਜਾਓ, माँ बाप की अहमियत ती के लिए उसी तरह ही रहती है, और ती को बार बार अपने माँ बाप की याद आती है। आसान सिचुएशन नहीं होती, लेकिन फिर भी जिस तरह से बेटियाँ नवे घर से जाके फिर अपनी एक जगह बनाती है, और एक हाँ। उनकी अपनी एक शख्सियत वहाँ पे मौजूद होती है। तो ये भी एक पूरा एक पर्सनैलिटी का पार्ट है, और एक शख्सियत है जो ती ही कर सकती है एक्चुअली। ਬਿਲਕੁਲ ਹੈ ਜੀ। ਤੇ ਡਾਕਟਰ ਸਾਹਿਬ ਤੁਸੀਂ ਲਾਹੌਰ ਹੀ ਰਹਿੰਦੇ ਹੋ, ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਡੀ ਪੰਜਾਬੀ ਅੱਧੀ ਉਰਦੂ ਦੇ ਨਾਲ ਮਿਕਸ ਕਿਉਂ ਹੋਈ ਹੈ? बस ये मेरा अपना ही फॉल्ट है। ਇਹਨੂੰ ਤੁਸੀਂ ਪੰਜਾਬੀ ਚ ਕਹੋ ਕਿ ਇਹ ਬਸ ਮੇਰਾ ਆਪਣਾ ਹੀ ਫਾਲਟ ਹੈ। हाँ ए मेरा अपना ही फॉल्ट है। ਸਾਡੇ ਕੋਲ ਨਾ ਗੈਸਟ ਆਏ ਸਨ ਕੁਰਾਤੁਲੈਨ, ਜਵਾਦ ਸਾਹਿਬ ਤੁਹਾਨੂੰ ਹਾਂਜੀ, ਯਾਦ ਹੋਏਗਾ, ਹਾਂਜੀ, ਬਿਲਕੁਲ ਤੇ ਉਹ ਜਦੋਂ ਯਾਦ ਆਏ ਨਾ ਤੇ ਉਹਨਾਂ ਦਾ ਵੀ ਇਹ ਸੀ ਕਿ ਉਹਨਾਂ ਦੀ ਉਰਦੂ ਬਹੁਤ ਚੰਗੀ ਤੇ ਪੰਜਾਬੀ ਵੀ ਉਹਨਾਂ ਨੂੰ ਆਂਦੀ ਸੀ, ਲੇਕਿਨ ਨਾ ਉਹ ਥੋੜਾ ਜਿਹਾ ਹੁੰਦਾ ਜ਼ੰਗ ਫਲੋ ਲੱਗਾ ਨਹੀਂ, ਸੀ। ਹਾਂ ਜ਼ੰਗ ਲੱਗਿਆ ਸੀ। ਤੇ ਉਹ ਪ੍ਰੋਗਰਾਮ ਸ਼ੁਰੂ ਹੋਇਆ ਤੇ ਇੰਜ ਨਾ ਉਹ ਬਾਰ-ਬਾਰ ਭੁੱਲ ਜਾਂਦੇ ਸਨ ਕਿ ਜੀ ਉਰਦੂ ਬੋਲਦੇ ਬੋਲਦੇ ਆ ਫਿਰ ਪੰਜਾਬੀ ਬੋਲਦੇ ਸਨ।
ਖਤਮ ਹੋਣ ਤੱਕ ਉਹਨਾਂ ਦੀ ਪੰਜਾਬੀ ਰਵਾਂ ਹੋ ਗਈ ਸੀ। ਅਸੀਂ ਸਿੱਧੀ ਕਰਕੇ ਭੇਜਦੇ ਹੁੰਦੇ ਹਾਂਜੀ ਹੋਣਾ ਮੈਨੂੰ ਪੂਰਾ ਯਕੀਨ ਹੈ। ਅਸਲ में ਅਸੀਂ ਡਾਕਟਰ ਜਿਹੜੇ ਆ ਨਾ ਪੜ੍ਹ ਕੇ ਤੇ ਆਪਣੀ ਫੀਲਡ 'ਚ ਰਹਿ ਕੇ ਇੰਨਾ ਜ਼ਿਆਦਾ ਹੋ जाता है कि डॉक्टरी से हट कर ਜਿਹੜਾ ਸਵਾਲ ਹੁੰਦਾ ਨਾ और फिर लैंग्वेज बैरियर हो जाए तो फिर बड़ी फिर ਸਾਨੂੰ ਬੜਾ ਡਿਲੇ ਚਲੋ ਹੁੰਦਾ। ਅਸੀਂ ਇੰਜ ਕਰਨੇ ਨਾ, ਅਸੀਂ ਡਾਕਟਰ ਸਾਹਿਬਾਂ ਨੂੰ ਥੋੜੀ ਜਿਹੀ ਬ੍ਰੇਕ ਦਿੰਨੇ ਆ, ਅਸੀਂ ਇਸ ਪਾਸੇ ਆਪਣਾ ਫਟਾਫਟ ਰੁਖ ਕਰ ਲੈਂਦੇ ਆ, ਠੀਕ ਹੈ। ਪ੍ਰੋਫੈਸਰ ਸਾਹਿਬ ਵੀ ਸਾਡੇ ਡਾਕਟਰ ਸਾਹਿਬਾਂ ਨੇ ਬੜੀ ਅੱਛੀ ਪੰਜਾਬੀ ਬੋਲੀ ਹੈ, ਬਸ ਥੋੜਾ ਜਿਹਾ ਝਾਕਾ ਲੈਣ ਨਹੀਂ ਦੇ ਆਹੋ ਰਿਹਾ। ਉਹ ਹਵੇਲੀ ਮੁੱਕਣ ਤੱਕ ਲੈ ਜਾਏਗਾ। ਬਿਲਕੁਲ ਜੀ। ਨਾਲੇ ਵੇਖੋ ਮੈਨੂੰ ਤੇ ਇਹ ਲੱਗਦਾ ਹੈ ਕਿ ਡਾਕਟਰ ਹਜ਼ਰਾਤ ਖਾਸ ਤੌਰ ਤੇ ਜਿਹੜੇ ਪੰਜਾਬ ਵਿੱਚ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਤੇ ਪੰਜਾਬੀ ਜ਼ੁਬਾਨ ਜੇ ਅਗਰ ਨਹੀਂ ਆਉਂਦੀ ਹੋਏਗੀ ਤੇ ਉਹ ਮਰੀਜ਼ਾਂ ਦੀ ਫਿਰ ਹਿਸਟਰੀ ਕਿਵੇਂ ਲੈਣਗੇ? ਉਹ ਕੁਝ ਮਜ਼ਾਈਆ ਰੀਲਸ ਵੀ ਵੇਖੀ ਦੀਆਂ ਨਾ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਹੁਣ ਇੱਕ ਜੈਨਜ਼ੀ ਡਾਕਟਰ ਹੈ ਤੇ ਉਹ ਮਰੀਜ਼ ਜਦੋਂ ਉਹਦੇ ਕੋਲ ਆਉਂਦਾ ਤੇ ਉਹ ਹੁਣ ਉਹ ਠੇਠ ਪੰਜਾਬੀ ਵਿੱਚ ਆਪਣੀ ਹਿਸਟਰੀ ਦੇਣ ਡਿਆ ਤੇ ਡਾਕਟਰ ਦੇ ਪੱਲੇ ਵਿਚਾਰੇ ਤੇ ਕੁਝ ਨਹੀਂ ਪਿਆ। ਨਹੀਂ ਸਾਡੀ ਅਸੀਂ ਜੈਨ ਜ਼ੀ ਵਾਲਾ ਮਸਲਾ ਨਹੀਂ ਹੈਗਾ, ਪੰਜਾਬੀ ਸਮਝ ਆ ਜਾਂਦੀ ਹੈ ਬਸ ਬੋਲਨੇ। ਅੱਛਾ ਤੁਸੀਂ ਮਰੀਜ਼ਾਂ ਦੀ ਗੱਲ ਸਮਝ ਲੈਂਦੇ ਠੀਕ ਬੋਲ ਰਹੇ ਹੋ ਤੁਸੀਂ, ਬਹੁਤ ਸ਼ਾਨਦਾਰ। ਇਹ ਕਮਿਊਨੀਕੇਟ ਹੋ ਜਾਂਦਾ ਮਰੀਜ਼ਾਂ ਨਾਲ। ਬਿਲਕੁਲ ਠੀਕ। ਸਹੀ ਜੀ। ਅਬਾਸ ਸਾਹਿਬ ਤੁਸੀਂ ਜ਼ਰਾ ਥੋੜੀ ਜਿਹੀ ਇਸ ਪਾਸੇ ਰੋਸ਼ਨੀ ਪਾਓ। ਜਦੋਂ ਅਸੀਂ ਤੁਹਾਡੀ ਕੋਈ ਬੇਟੀ ਹੈ ਵੇ? ਮੈਂ ਦੋਨੋਂ ਬਹੂਆਂ ਨੂੰ ਬੇਟੀਆਂ ਦੀ ਤਰ੍ਹਾਂ ਹੀ ਰੱਖਿਆ। ਮਾਸ਼ਾਅੱਲਾ, ਬਹੁਤ ਖੂਬਸੂਰਤ ਗੱਲ। ਮੈਂ ਥੋੜੀ ਜਿਹੀ ਗੱਲ ਨੂੰ ਪਿੱਛੋਂ ਸ਼ੁਰੂ ਕਰਾਂ। ਜੀ ਜੀ ਪਲੀਜ਼। ਮੇਰਾ ਤਾਲੁਕ ਨਰਵਾਲ ਨਾਲ ਹੈ, ਠੀਕ ਹੈ। ਤੇ ਮੇਰੇ ਅੱਬਾ ਜੀ ਛੋਟੇ ਸਨ ਤੇ ਤਾਇਆ ਜੀ ਵੱਡੇ ਸਨ ਤੇ ਜੁਆਇੰਟ ਫੈਮਿਲੀ ਸੀ, ਠੀਕ ਹੈ। ਜੁਆਇੰਟ ਫੈਮਿਲੀ ਹੋਣ ਦੀ ਵਜ੍ਹਾ ਨਾਲ ਵਿਹੜਾ ਸਾਂਝਾ ਸੀ, ਚੁੱਲ੍ਹੇ ਵੱਖਰੇ ਸਨ ਤੇ ਕਾਰੋਬਾਰ ਸਾਂਝਾ ਸੀ ਤੇ ਉਹ ਧੀਆਂ ਪੁੱਤਰ ਵੀ ਸਾਂਝੇ ਹੀ ਸਨ। ਸਹੀ। ਭਾਵੇਂ ਉਧਰ ਚਲੇ ਜਾਓ ਤੇ ਭਾਵੇਂ ਇਸ ਚੁੱਲ੍ਹੇ ਤੇ ਆ ਜਾਓ ਤੇ ਸਾਰਾ ਕੁਝ ਕਰੋ। ਸਰ ਪੰਜਾਬੀ ਅਸਲ ਕਲਚਰ ਤੇ ਹੈ ਹੀ ਜੀ ਬਿਲਕੁਲ ਇਹ ਹੈ, ਇਹਦੇ ਵਿੱਚ ਕੋਈ ਵੰਡ ਵੀ ਨਹੀਂ ਹੁੰਦੀ। ਤੇ ਜਵਾਦ ਸਾਹਿਬ ਡਾਕਟਰ ਸਾਹਿਬ ਅੱਛੀ ਤਰ੍ਹਾਂ ਜਾਣਦੀਆਂ ਨੇ ਕਿ ਸਾਡੀ ਨਸਲ ਤੋਂ ਪਹਿਲੀ ਨਸਲ ਜਿਹੜੀ ਆ ਨਾ ਉਹ ਮਾਸ਼ਾਅੱਲਾ ਉਹਨਾਂ ਦੇ ਬੱਚੇ ਬੜੇ ਹੁੰਦੇ ਸਨ, 8-9 ਦੀ ਐਵਰੇਜ ਤੇ ਐਵੇਂ ਪਹੁੰਚ ਜਾਂਦੀ ਹੁੰਦੀ 13-14 ਤੇ ਇੰਜ ਹੀ ਹੋ ਜਾਂਦੇ ਸੀ। ਸਹੀ ਕਹਿ ਇੰਜ ਹੈ। ਉਹ ਸਾਡੇ ਇਹੋ ਹੀ ਹਾਲ ਸੀ ਸਾਡੇ। ਚੁਨਾਚੇ ਮਾਵਾਂ ਨੂੰ ਇੰਨੀ ਮਿਹਨਤ ਕਰਨੀ ਪੈਂਦੀ ਸੀ ਕਿ ਜਿਹੜੇ ਹੁਣ ਵੇਖੀਦਾ ਤੇ ਅਕਲ ਦੰਗ ਰਹਿ ਜਾਂਦੀ ਹੈ ਕਿ ਉਹ ਇਨਸਾਨ ਸਨ ਇੰਨੀ ਮਿਹਨਤ ਕਰਨੇ। ਫਾਤਮਾ ਮੈਂ ਆਪਣੀ ਮਾਂ ਜਿੰਨੀ ਮਿਹਨਤ ਕਰਦੀ ਖਾਤੂਨ ਆਪਣੀ ਜ਼ਿੰਦਗੀ 'ਚ ਨਹੀਂ ਵੇਖੀ। ਵਾਹ। ਇਹਨੇ ਬੱਚੇ ਪਾਲਣਾ, ਤਰਬੀਅਤ ਕਰਨਾ, ਫਰਿੱਜਾਂ ਨਹੀਂ ਸਨ ਔਰ ਤਿੰਨੇ ਟਾਈਮ ਮਸਾਲਾ ਤੇ ਲੂਣ ਮਿਰਚ ਜਿਹੜੀ ਆ ਉਹ ਘੋਟਣਾ, ਓਏ ਹੋਏ ਤਾਜ਼ੇ ਮਸਾਲੇ, ਤੇ ਹਾਂਡੀ ਬਣਾਣੀ ਤੇ ਕੋਸ਼ਿਸ਼ ਕਰਨੀ ਕਿ ਉਨੀ ਕੀ ਹਾਂਡੀ ਪੱਕੇ ਜਿਹੜੀ ਉਸ ਟਾਈਮ ਤੇ ਕੰਜ਼ਿਊਮ ਹੋ ਜਾਏ, ਜਾਂ ਕੋਈ ਛਿੱਕੂ ਛੱਕੂ ਬਣਾ ਕੇ ਤੇ ਰਾਤ ਨੂੰ ਫਿਰ ਉਹਨਾਂ ਨੂੰ ਟੰਗ ਛੱਡਣਾ, ਲੇਕਿਨ ਚੀਜ਼ ਥੋੜੀ ਬਣਾਈ ਜਾਂਦੀ ਸੀ ਇਹ ਖਰਾਬ ਨਾ ਹੋ ਜਾਏ। ਤੇ ਮਾਂ ਆਪਣੀ ਨੂੰ ਮੇਰੇ ਅੱਲਾ ਬਖਸ਼ੇ ਤਾਇਆ ਜੀ ਜਿਹੜੇ ਸਨ ਉਹਨਾਂ ਨੂੰ ਮੱਝਾਂ ਗਾਈਆਂ ਲਿਆਉਣ ਦਾ ਬੜਾ ਸ਼ੌਕ ਸੀ। ਚੁਨਾਚੇ ਉਹ ਕਾੜੇ ਤੇ ਸਾਹੀਵਾਲ ਜਾ ਕੇ ਨਾ ਉਹ ਖਾਸ ਨਸਲ ਦੀ ਉੱਥੋਂ ਮੱਝਾਂ ਲੈ ਕੇ ਆਉਂਦੇ ਹੁੰਦੇ ਸਨ ਤੇ ਲਿਆ ਕੇ ਤੇ ਮੇਰੀ ਵਾਲਦਾ ਦੇ ਸਪੁਰਦ ਕਰ ਦੇਣਾ। ਉਹ ਫਿਰ ਵਾਲਦਾ ਉਹਨਾਂ ਨੂੰ ਸਾਂਭਦੇ ਸਨ। ਇੰਨਾ ਮੈਂ ਜ਼ਰਾ ਸਿਆਣਾ ਸਾਂ, ਸਭ ਤੋਂ ਵੱਡਾ ਪੁੱਤਰ ਸਾਂ ਤੇ ਮੈਂ ਪੈਲੀਆਂ 'ਚੋਂ ਜਾ ਕੇ ਤੇ ਪੱਠੇ ਲਿਆਉਣ ਲਈ ਤੇ ਵਾਲਦਾ ਉਹਨਾਂ ਨੂੰ ਕੁਤਰਨ ਲਈ ਤੇ ਕੁਤਰ ਕੇ ਗਤਾਵਾ ਕਰਨ ਲਈ ਤੇ ਉਹ ਫਿਰ ਉਹਦਾ ਚੋਣਾ ਉਹਨੂੰ ਚੋ ਕੇ ਤੇ ਫਿਰ ਉਹਦਾ ਪਾਥੀਆਂ ਵਗੈਰਾ ਵੀ ਬਣਾਉਣੀਆਂ, ਸਾਰਾ ਕੁਝ ਕਰਨਾ। ਉਹ ਅਕਲ ਦੰਗ ਰਹਿ ਜਾਂਦੀ ਹੈ ਵੀ ਇੱਕ ਔਰਤ ਜਿਹੜੀ ਹੈ ਇੰਨਾ ਕੰਮ ਵੀ ਕਰ ਸਕਦੀ, ਮਤਲਬ ਘਰ ਵੀ ਸਾਂਭਣ ਡਿਆ, ਘਰ ਵੀ ਸਾਂਭਣ ਡਿਆ ਤੇ ਡੰਗਰ ਵੀ ਸਾਂਭਣ ਡਿਆ, ਡੰਗਰ ਵੀ ਸਾਂਭਣ ਡਿਆ। ਕੀ ਬਾਤ। ਅੱਛਾ ਜੇ ਅਸੀਂ ਗੱਲ ਕਰੀਏ ਕੰਪੈਰੀਜ਼ਨ ਜੇ ਥੋੜਾ ਜਿਹਾ ਅਸੀਂ ਕਰ ਲਈਏ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲੇ ਦੌਰ ਦੀਆਂ ਮਾਵਾਂ ਮਾਸ਼ਾਅੱਲਾ ਬਹੁਤ ਕੰਮ ਕਰਦੀਆਂ ਸਨ, ਉਹਨਾਂ ਦੇ ਕੋਲ ਇੰਨੀਆਂ ਸਹੂਲਤਾਂ ਵੀ ਨਹੀਂ ਸਨ। ਅੱਜ ਤੇ ਹਰ ਇੱਕ ਕੰਮ ਲਈ ਮਸਾਲੇ ਕੁੱਟਣ ਦੀ ਗ੍ਰਾਈਂਡਰ ਤੁਹਾਡੇ ਕੋਲ ਅਵੇਲੇਬਲ ਨੇ, ਹੈ ਨਾ, ਖਾਣਾ ਬਣਾਓ ਫ੍ਰੀਜ਼ ਕਰ ਦਿਓ, ਮਿਲ ਜਾਂਦੇ ਨੇ, ਫ੍ਰੀਜ਼ ਕਰ ਦਿਓ। ਬਿਲਕੁਲ ਸਹੀ ਕਹਿ ਰਹੇ ਹੋ, ਬੜੀ ਆਸਾਨੀਆਂ ਹੋ ਗਈਆਂ ਨੇ। ਜੇ ਤੁਸੀਂ ਸਪੈਸੀਫਿਕਲੀ ਧੀਆਂ ਦੀ ਗੱਲ ਕਰੋ ਤੇ ਤੁਹਾਨੂੰ ਕੀ ਲੱਗਦਾ ਪ੍ਰੋਫੈਸਰ ਸਾਹਿਬ ਪਹਿਲੇ ਦੌਰ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਲਾਈਫ ਸਟਾਈਲ ਕੀ ਸੀ? ਹੁਣ ਜੇ ਅਸੀਂ ਅੱਜ ਦੀ ਗੱਲ ਕਰੀਏ, ਕੁੜੀਆਂ ਨਾ ਕਰੀਅਰ ਓਰੀਐਂਟਡ ਵੀ ਹੋ ਗਏ ਨੇ ਬਹੁਤ ਜ਼ਿਆਦਾ, ਤੇ ਤੁਹਾਨੂੰ ਇੱਕੋ ਕੰਪੈਰੀਜ਼ਨ ਜੇ ਤੁਸੀਂ ਕਰੋ, ਤੁਹਾਨੂੰ ਕੀ ਲੱਗਦਾ ਹੁਣ ਲਾਈਫ ਸੌਖੀ ਹੈ ਜਾਂ ਅੱਜ ਦੇ ਦੌਰ ਦੀਆਂ ਕੀ ਸਟਰਗਲਸ ਨੇ? ਫਾਤਮਾ ਗੱਲ ਇਹ ਹੈ ਕਿ ਜਿਹੜੇ ਵੱਡੀ ਔਲਾਦ ਹੁੰਦੀ ਸੀ ਨਾ, ਪੁੱਤਰ ਤੇ ਧੀਆਂ ਜੀ, ਉਹ ਮਾਂ ਪਿਓ ਦੇ ਨਾਲ ਹੀ ਜੁੜ ਜਾਂਦੇ ਸਨ ਤੇ ਉਹ ਜੁੱਤ ਜਾਂਦੇ ਸਨ ਕੰਮ ਕਰਨ ਲਈ ਉਹਨਾਂ ਨੂੰ, ਜਿਸ ਤਰ੍ਹਾਂ ਉਹ ਕਰ ਰਹੇ ਹੁੰਦੇ ਸਨ। ਇਸ ਤਰ੍ਹਾਂ ਹੀ ਮੇਰੇ ਤੋਂ ਵੱਡੇ ਸਨ ਮੇਰੀ ਬਾਜੀ, ਉਹਨਾਂ ਸਾਨੂੰ ਇੰਨਾ ਸਾਂਭਿਆ ਦਾ ਮਾਂ ਦੇ ਨਾਲ ਰਲ ਕੇ ਜਿਹਦਾ ਅੰਦਾਜ਼ਾ ਕੋਈ ਨਹੀਂ। ਉਹ ਵੀ ਇੱਕ ਤਰ੍ਹਾਂ ਮਾਂ ਹੀ ਸਨ ਜੀ, ਬਿਲਕੁਲ ਬਰਾਬਰ ਦਾ ਕੰਮ ਕਰਾਉਣਾ ਨਾਲ, ਉਹਨਾਂ ਦੇ ਸਾਰੇ ਹਿੰਮਤ ਕਰਕੇ ਸਾਰਾ ਕੁਝ ਕਰਨਾ। ਅੱਜ ਦੀ ਬੀਬੀ ਜਿਹੜੀ ਹੈ ਉਹ ਅਸੀਂ ਇਹ ਤਾਂ ਨਹੀਂ ਕਹਾਂਗੇ ਕਿ ਉਹ ਕੰਮ ਨਹੀਂ ਕਰਦੀ, ਉਹ ਕੰਮ ਤੇ ਕਰ ਰਹੀ ਹੈ, ਲੇਕਿਨ ਉਹਦੀਆਂ ਮਸਰੂਫੀਆਤ ਡਾਇਵਰਟ ਹੋ ਗਈਆਂ ਤੇ ਹੋਣੀਆਂ ਵੀ ਚਾਹੀਦੀਆਂ ਨੇ। ਇਹ ਕੀ ਗੱਲ ਹੋਈ ਕਿ ਟਾਈਮ ਲੰਘ ਜਾਏ
ਔਰ ਇਰਦ ਗਿਰਦ ਦਾ ਸਾਰਾ ਮੁਆਸ਼ਰਾ ਤੇ ਸੁਸਾਇਟੀ ਜਿਹੜੀ ਆ ਉਹ ਤੇ ਤਰੱਕੀ ਕਰ ਜਾਏ ਹਾਂਜੀ ਤੇ ਔਰਤਾਂ ਜਿਹੜੀਆਂ ਨੇ ਉੱਥੇ ਦੀਆਂ ਉੱਥੇ ਹੀ ਪਿੱਛੇ ਤਰ੍ਹਾਂ ਦੀ ਅਸੀਂ ਉਹਨਾਂ ਕੋਲ ਤਵੱਕੋ ਰੱਖੀਏ। ਹਰ ਜ਼ਮਾਨੇ ਦੀ ਆਪਣੇ ਬਿਲਕੁਲ ਤਕਾਜ਼ੇ ਨੇ ਉਹਦੇ ਕਿ ਅੱਜ ਦੀ ਔਰਤ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੇ, ਇਹ ਪੋਸੀਬਲ ਨਹੀਂ ਹੈਗਾ। ਹਾਂ ਕਿ ਬਿਲਕੁਲ ਸਹੀ ਕਹਿ ਰਹੇ ਹੋ। ਹਾਂਜੀ। ਅੱਛਾ, ਤੁਹਾਡੀ ਇਹ ਗੱਲ ਹੈ ਕਿ ਨਾ ਡਾਕਟਰ ਸਾਹਿਬ, ਮੈਂ ਤੁਹਾਡੇ ਵੱਲ ਆਣਾ ਚਾਹਾਂਗੀ, ਜਿੰਜ ਕਹਿ ਰਹੇ ਨੇ ਕਿ ਅੱਗੇ ਨਾ 9-10 ਬੱਚੇ 12-13 ਬੱਚੇ ਬਹੁਤ ਬੱਚੇ ਹੁੰਦੇ ਸਨ, ਮਾਮਾ ਸਾਂਭ ਵੀ ਲੈਂਦੀਆਂ ਸਨ। ਹੁਣ ਤੁਸੀਂ ਵੇਖਦੇ ਹੋਵੋਗੇ ਕਿ 1-2 ਬੱਚਾ ਵੀ ਹੋਏ ਤੇ ਆਪਣਾ ਜਿਹੜੀ ਮਾਂ ਹੁੰਦੀ ਏ ਉਹਦੀ ਸਿਹਤ ਤੇ ਉਹਦਾ ਬਹੁਤ ਇਫੈਕਟ ਆ ਰਿਹਾ ਹੁੰਦਾ ਹੈ। ਤੁਹਾਨੂੰ ਕਿਉਂਕਿ ਤੁਸੀਂ ਇਸ ਫੀਲਡ ਦੇ ਵਿੱਚ ਵੀ ਹੋ, ਕੀ ਖਵਾਤੀਨ ਦੇ ਅੰਦਰ, ਅੱਜ ਦੀਆਂ ਕੁੜੀਆਂ ਦੇ ਅੰਦਰ ਇਹਦੇ ਮਸਾਇਲ ਨਜ਼ਰ ਆਉਂਦੇ ਨੇ ਕਿ ਅੱਜ ਉਹ ਇੰਨਾ ਹੈਲਦੀ ਨਹੀਂ ਹੁੰਦੇ ਕਿ ਬੱਚੇ ਜ਼ਿਆਦਾ ਉਹਨਾਂ ਦੇ ਹੋਣ? 1-2 ਬੱਚਾ ਵੀ ਹੋਏ ਤੇ ਕੁੜੀ ਆਪੇ ਕਮਜ਼ੋਰ ਹੁੰਦੀ ਹੈ ਕਿ ਉਹ ਸਾਂਭ ਪਾਏ। ਬਿਲਕੁਲ, ਜਿਸ ਤਰ੍ਹਾਂ ਬਾਤ ਵੀ ਤੀ ਕੀ ਹੁੰਦੀ ਪਈ ਹੈ, ਤਾਂ ਧੀਆਂ ਦੀ ਸਿਹਤ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਉਨਕੀ ਡਾइट, दूध ਤੇ ਅੱਛੀ ਖੁਰਾਕ ਬਹੁਤ ਮੈਟਰ ਕਰਦੀ ਹੈ ਤਾਂ ਕਿ ਬੜੇ ਹੋ ਕੇ ਕੱਲ੍ਹ ਕੋ ਉਹਨਾਂ ਦੇ ਮਾਂ ਬਣਨਾ। ਮੈਨੂੰ ਹੁਣ ਵੀ ਯਾਦ ਆਉਂਦਾ, ਅਸੀਂ ਡਾਕਟਰਾਂ ਜੀ ਜਦੋਂ ਮੈਂ ਟ੍ਰੇਨਿੰਗ 'ਚ ਸੀ ਤਾਂ ਸਾਡੀ ਮਾਰਨਿੰਗ ਮੀਟਿੰਗ ਹੁਆ ਕਰਦੀ ਸੀ ਤੇ ਐਵਰੀ ਡੇ ਹਰ ਰੋਜ਼ਾਨਾ ਪਿਛਲੀ ਜਿਹੜੀ ਡਿਊਟੀ ਪੂਰੇ 24 घंटे गुजरते सी भी हम डिस्कस करते सी कि खुदा ना खास्ता है फौत नहीं हुआ हाउ टू इम्प्रूव बेसिकली। तो एक दिन साड़ी मॉर्निंग मीटिंग हो रही सी तो एक दिन पहले जी ड्यूटी हुई थी, अनफॉर्चुनेटली उसमें एक माँ की फौतगी हो गई थी। तो साड़ी प्रोफैसर साहिबा जी सी उन्हों की ड्राइंग बड़ी अच्छी होंदी सी, तो कुछ भी नहीं किया, साढ़े असी बैठे से उन्होंने वाइट बोर्ड से जाके ड्रॉ किया, एक बिल्कुल इस तरह की खूबसूरत सी चारपाई बनाई, वो एक औरत बिठाई, 2-4 तियां ते बच्चे बिठाए तो बच्चे खेल रहे माँ के नाल। थोड़ी देर बाद उन्होंने उन माँ नूं रेस कर दिता, रब कर दिता। उन्होंने कहा हुण तुसीं सोचो कि ए माँ हुण नहीं है इत्थे ते ए जिहड़े 7-8 बच्चे ने ते ਉਹਨਾਂ ਹੁਣ ਹੋ ਕੇ ਇਹਨਾਂ ਨੂੰ ਵੇਖਾਂਗੇ। ਤੇ ਬਾਤ ਇਹ ਹੈ ਕਿ ਮਾਂ ਤੋਂ ਕੋਲ ਹੀ ਜਿਹੜੀ ਕੱਲ ਮਾਂ ਬਣਨੀ ਹੈ ਉਹਨਾਂ ਨੇ ਪੂਰੇ ਮਾਸ਼ਰੇ ਨੂੰ ਲੈ ਕੇ ਚੱਲਣਾ ਹੈ। ਜੀ ਜੀ। तो शुरू तो ही खुराक अच्छी होना बहुत ज़रूरी है, खालिस खुराक, दूध रोज़ाना, साथ गोश्त, फल। आज जैसे सर कह रहे सी कि जिहड़ा नई नस्ल है खुराक इन्ने मसरूफ़ हो गए हैं कि बच्चे जिहड़ी अच्छी खुराक है उस तरफ आते ही नहीं। तो इन्हों शुरू तो ही इसकी आदत डालना बहुत ज़रूरी है, क्योंकि एकदम से एक बच्ची अगर कल को माँ बने और एकदम से तुसी कहो कि जी हुण एक्सपैक्ट करें कि हर चीज़ ही ठीक, कल नूं बच्चे नहीं ठीक पैदा हो रहे होते, इन्हां दे वज़न कम होंदे ने ते नाले पैदाइश के वक्त जैसे अभी मैं आंदी पई सी तो वैसे ही एक फेसबुक से सामने मेरे खबर गुजरी ते पूरे मुल्क से पूरी दुनिया से हर 2 मिनट से एक माँ फौत हो रही है इस वक्त भी। जिहड़ा पूरी दुनिया च मरने का रेट हैगा, इंक्लूडिंग अच्छे ममालिक भी जिहड़े हैं, तो पैदाइश के वक्त हर 2 मिनट च एक माँ फौत होंदी पई है। तो इन्हों शुरू तो एंड तक ही इंज ही लेके जाना चाहिए कि हर जो बच्चा है, ख़ास तौर पे बच्चियां दी परवरिश, ना सिर्फ के खुराक बल्कि साथ वर्जिश, वज़न का कंट्रोल, ए सारा कुछ जिहड़ा, और इसलिए ज़्यादा मुश्किल हो गया है क्योंकि ज़िंदगी बहुत तेज़ हो गई नहीं। बच्चे हुण घर च नहीं होंदे हर वक्त, जैसे पहले एक और माहौल होंदा सी। जैसे सर ने भी कहा कि अब एक मुआशरा हर एक नूं तब्दीली लानी अपने अंदर, तो माशरे दे नाल जान वास्ते। तो इस वास्ते से इतना तेज़ हो चुका है ज़माना कि लोग भूल गए हैं अपनी सेहत। बच्चों ने अगर नहीं ये खा रहे तो कुछ भी नहीं, उन्होंने कोई पूछने वाला नहीं कि कुछ ले या ना ले। तो हर चीज़ ਨੂੰ साथ मतवाजन तरीके से लेके चलना बहुत ਡਾਕਟਰ ਸਾਹਿਬ, ਤੁਸੀਂ ਡਾਈਟ ਦੇ ਹਵਾਲੇ ਨਾਲ ਤੇ ਸਾਨੂੰ ਦੱਸ ਰਹੇ ਹੋ, ਥੋੜਾ ਜਿਹਾ ਇਸ ਪਾਸੇ ਵੀ ਥੋੜੀ ਜੇ ਤੁਸੀਂ ਰੋਸ਼ਨੀ ਪਾਓ ਕਿ ਅਸੀਂ ਵੇਖਦੇ ਅੱਜ ਕੱਲ੍ਹ ਨਾ ਲੇਟ ਮੈਰਿਜਸ ਵੀ ਹੋ ਰਹੀਆਂ ਨੇ। ਪਹਿਲਾਂ ਦੌਰ ਵਿੱਚ ਟੀਨੇਜ ਵਿੱਚ ਕੁੜੀ ਦਾ ਵਿਆਹ ਹੋ ਜਾਂਦਾ ਸੀ, ਹੁਣ ਆਹਿਸਤਾ ਆਹਿਸਤਾ ਫਿਰ ਹੋਇਆ ਕਿ ਅਰਲੀ 20s ਵਿੱਚ 20-21-22 ਸਾਲ ਦੀ ਕੁੜੀ ਦਾ ਵਿਆਹ ਹੋ ਜਾਂਦਾ ਸੀ। ਹੁਣ ਅਸੀਂ ਵੇਖਦੇ ਹਾਂ ਕਿ 25 ਤੋਂ ਵੀ ਟੱਪ ਗਿਆ ਕੰਮ, ਕਿ ਨਾਰਮਲ ਜਿਹੜੀ ਵਿਆਹ ਹੋ ਰਹੇ ਨੇ ਨਾ ਉਹ 25 ਤੋਂ 30 ਸਾਲ ਦੀ ਕੁੜੀਆਂ ਦੇ ਹੋ ਰਹੇ ਨੇ, ਕੁਝ ਤੇ 30 ਤੋਂ ਵੀ ਟੱਪ ਗਏ ਨੇ। ਤੇ ਇਹ ਤੁਸੀਂ ਕੀ ਵੇਖਦੇ ਹੋ ਕਿ ਹੈਲਥ ਦੇ ਵਿੱਚ ਕੀ ਮਸਾਇਲ ਆਉਂਦੇ ਨੇ? ਬਾਅਦ ਵਿੱਚ ਵਿਆਹ ਜਦੋਂ ਲੇਟ ਹੋ ਰਿਹਾ ਹੈ, ਬੱਚੇ ਵੀ ਲੇਟ ਹੋ ਰਹੇ ਨੇ, ਤੇ ਹੈਲਥ ਤੇ ਕੀ ਇਸ਼ੂਜ਼ ਨੇ ਜਿਹੜੇ ਕੁੜੀਆਂ ਨੂੰ ਫੇਸ ਕਰਨੇ ਪੈ ਰਹੇ ਨੇ? देखिए, ਜਿਹੜਾ दोनों चीज़ें ठीक नहीं है। बहुत ही छोटी उम्र ਜਿਹੜੇ टीनेज शादी ਉਹ ਮੈਡੀਕਲੀ सख्ती नाल मना है। बहुत कॉम्प्लिकेशंस, ब्लड प्रेशर ते खुदा न खास्ता फौतगी का रेट पैदाइश के वक्त बच्चों के टीनेज प्रेगनेंसी से बहुत कानून भी वो गलत है ना। अच्छा, हाँ बिल्कुल, वो तो ये बड़ा अच्छी बात है कि ऐसा कानून भी बन गया। तो टीनेज मैरिज तो सख्ती से नहीं, हाँ ओल्ड एज में आगे जाके 35 के बाद अगर कोई हमल का करे तो कॉम्प्लिकेशन उसी तरह उदों वध जांदी ने। जैसे ब्लड प्रेशर, शुगर ते बच्चे पैदाइश ते अबनॉर्मल होने का मसला, वो सारा कुछ।
तो बिल्कुल 22 से 30 के अंदर अंदर वाली उम्र द बेस्ट समझी जाती ने। ठीक। ਤੇ ਨਾਲ ਇਹ ਕਿ हाँ 30 तो टप के फिर ये कि अगर पहला बच्चा तो चलो 35 तो पहले हो जाए, बट अगर तीसरा हो रहा है तो फिर वो 35 तो आगे फिर उम्र टप जाएगी। तो वही बात है कि फिर कॉम्प्लिकेशंस और वो, और 40 के बाद तो सख्ती से ही मना है मेडिकली। अच्छा। क्योंकि खुदा ना खास्ता उसमें नॉर्मल बच्चों के पैदाइश के मौके बहुत ज़्यादा रिस्क बढ़ आ जाते हैं जाते जी। तो इस वजह से आपने अच्छा टॉपिक किया कि तियां दी शादियां भी सही उम्र च ही, बहुत छोटी भी नहीं ठीक ते नाले बहुत आगे जाके भी नहीं। ਔਰ ਸ਼ਾਇਦ ਬੱਚੇ ਜਿਹੜਾ ਹੁਣ ਪਹਿਲਾਂ ਬਹੁਤ ਜ਼ਿਆਦਾ ਬੱਚੇ ਪੈਦਾ ਇੱਕ ਮਾਂ ਕਰ ਰਹੀ ਸੀ ਜਾਂ ਹੁਣ ਘੱਟ ਕਰ ਰਹੀ, ਤੇ ਉਹਦੀ ਮੇਰੇ ਖਿਆਲ ਇੱਕ ਵਜ੍ਹਾ ਫਿਰ ਇਹ ਵੀ ਬਣ ਗਈ ਕਿ ਪਹਿਲਾਂ ਸ਼ਾਦੀਆਂ ਕੁਝ ਜਲਦੀ ਹੋ ਰਹੀਆਂ ਸਨ, ਉਹ ਜਿਹੜੀ ਰਾਈਪ ਏਜ ਸੀ ਬੱਚੇ ਪੈਦਾ ਕਰਨ ਦੀ, ਉਹ ਯਕੀਨਨ और थोड़ी ਜ਼ਿਆਦਾ ਸੀ। कट गई ਜਵਾਬ ਸਾਹਿਬ जी। ਮੈਂ ਮੁਦਾਖਲਤ ਕਰ ਰਿਹਾ, ਮੈਂ ਇੱਕ ਦਿਲਚਸਪ ਗੱਲ ਦੱਸਾਂ ਬੱਚੇ ਘੱਟ ਪੈਦਾ ਹੋਣ ਦੇ ਸਿਲਸਿਲੇ 'ਚ। ਮੈਂ 6 ਵਾਰੀ ਮੱਕੇ ਮਦੀਨਾ ਗਿਆ, 2 ਵਾਰੀ ਹਜ ਕੀਤਾ ਤੇ ਬਾਕੀ 6 ਵਾਰੀ ਇੰਡੀਆ ਗਿਆ। ਇੰਡੀਆ ਮੇਰੇ ਸਿੱਖ ਕਾਫੀ ਦੋਸਤ ਵੈਸੇ ਵੀ ਤੇ ਮੇਰੇ ਕੋਲ ਵੀ ਪਾਕਿਸਤਾਨ 'ਚੋਂ ਆ ਕੇ ਮੇਰੇ ਘਰ ਵੀ ਠਹਿਰਦੇ ਰਹੇ ਨੇ। ਸਹੀ। ਇੱਕ ਵਾਰੀ ਪਟਿਆਲਾ ਦੇ ਦੋਸਤ ਆਏ ਤੇ ਠਹਿਰੇ ਮੇਰੇ ਕੋਲ, ਗੱਪਸ਼ਪ ਲੱਗਣ ਲੱਗ ਪਈ। ਉਹ ਕਹਿਣ ਲੱਗਾ ਕਿ ਤੁਹਾਡੇ ਅੱਜ ਕੱਲ੍ਹ ਕੀ ਰੇਟ ਚੱਲ ਰਿਹਾ ਹੈ ਗਰੋਥ ਬੱਚਿਆਂ ਦਾ, ਮਤਲਬ ਇਹ ਹੈ ਕਿ ਉਹਨਾਂ ਨੇ। ਜੀ। ਮੈਂ ਕਿਹਾ ਬਈ ਪੜ੍ਹੇ ਲਿਖੇ ਲੋਕ ਜਿਹੜੇ ਨਾ ਉਹ ਹੌਲੀ ਹੌਲੀ 3-4 ਤੱਕ ਆ ਗਏ ਨੇ, ਤੇ ਕੋਸ਼ਿਸ਼ ਹੈ ਕਿ ਰਿਡਿਊਸ ਹੋ ਕੇ 2 ਤੱਕ ਆ ਜਾਣ ਤੇ ਤਾਂ ਕਿ ਉਹ ਆਬਾਦੀ ਕੰਟਰੋਲ ਹੋ ਸਕੇ। ਉਹ ਅੱਗੋਂ ਉਹਨੇ ਡਾਕਟਰ ਸਾਹਿਬ ਬੜੀ ਹੈਰਾਨਕੁਨ ਗੱਲ ਕੀਤੀ। ਉਹ ਕਹਿੰਦਾ ਕਿ ਸਾਡੇ ਅੱਜ ਕੱਲ੍ਹ ਡਿੰਕ ਚੱਲ ਰਿਹਾ ਹੈ। ਮੈਂ ਉਹ ਡਿੰਕ ਕੀ ਹੈ? ਆਂਦਾ ਉਹ ਮੈਂ ਤੁਹਾਨੂੰ ਦੱਸਣਾ। ਡਿੰਕ ਦਾ ਪਹਿਲਾਂ ਡੀ ਹੈ, ਡੀ ਦਾ ਮਤਲਬ ਡਬਲ, ਅੱਗੇ ਆਈ ਹੈ, ਇਹਦਾ ਮਤਲਬ ਹੈ ਇਨਕਮ, ਔਰ ਅੱਗੇ ਐਨ ਹੈ, ਐਨ ਦਾ ਮਤਲਬ ਹੈ ਨੋ, ਅੱਗੇ ਸੀ ਹੈ ਚਾਈਲਡ। ਡਬਲ ਇਨਕਮ ਨੋ ਚਾਈਲਡ, ਮੀਆਂ ਬੀਵੀ ਕਮਾਓ ਬੱਚੇ ਕੋਈ ਔਰ ਬੱਚੇ ਪੈਦਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇਹ ਸਾਡੇ ਤੇ ਹੁਣ ਇਹ ਚੱਲਣਾ ਸ਼ੁਰੂ ਹੋ ਗਿਆ ਦਾ ਹੈ। ਉਹਨੇ ਮੈਨੂੰ ਇਹ ਸਿੱਖ ਨੇ ਦੱਸਿਆ ਇੰਡੀਆ 'ਚ ਇਹ ਸੂਰਤ ਹਾਲ ਬਣ ਗਈ ਹੈ। ਲੇਕਿਨ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਬੱਚੇ ਹੋਣ ਹੀ ਨਾ, ਹੋਣੇ ਦੇ ਚਾਹੀਦੇ ਨੇ। ਬਸ ਉਹ ਮੈਂ ਉਹ ਰੁਝਾਨ ਤੁਹਾਨੂੰ ਦੱਸ ਦਿਆਂ ਕਿ ਬਿਲਕੁਲ। ਬਸ ਕਿਉਂ ਉੱਥੇ ਮਾਹੌਲ ਚੱਲ ਸ਼ਾਇਦ ਐਸਾ ਬਣ ਗਿਆ ਕਿ ਉਹ ਨਾ ਹੁਣ ਲੋਕ ਜ਼ਿੰਮੇਵਾਰੀ ਲੈਣ ਤੋਂ ਕਤਰਾਉਂਦੇ ਨੇ। ਨਹੀਂ ਜਵਾਬ ਸਾਹਿਬ, ਤੁਸੀਂ ਇੱਕ ਹੋਰ ਵੇਖੋ ਜ਼ਰਾ। ਇੱਕ ਮੇਰੇ ਜ਼ਿਹਨ 'ਚ ਸਵਾਲ ਇੱਕ ਵਾਰੀ ਇਹ ਪੈਦਾ ਹੋਇਆ ਕਿ ਸਾਡੇ ਏਸ਼ੀਅਨ ਕੰਟਰੀਜ਼ ਦੇ ਲੋਕ ਬੜੀ ਤਾਦਾਦ 'ਚ ਯੂਰਪ 'ਚ ਤੇ ਅਮਰੀਕਾ ਵਗੈਰਾ 'ਚ ਤੇ ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਮਾਈਗ੍ਰੇਟ ਕਰ ਰਹੇ ਨੇ। ਉਹ ਐਕਸੈਪਟ ਕਿਉਂ ਕਰ ਰਹੇ ਨੇ? ਇਹਦੀ ਕੀ ਵਜ੍ਹਾ ਹੈ? ਉਹਦੀ ਵਜ੍ਹਾ ਹੈ ਕਿ ਉਹਨਾਂ ਦੀ ਐਵਰੇਜ ਉਮਰ ਜਿਹੜੀ ਆ ਉਹ 90 ਸਾਲ ਤੱਕ, 100 ਸਾਲ ਤੱਕ ਉਹ ਜਾਣ ਡਏ ਨੇ। ਤਾਂ ਉਹ ਕੰਮ ਕਿਹਨੇ ਕਰਨਾ ਹੈ? ਹਾਂਜੀ। ਕੰਮ ਕਰਨ ਲਈ ਉਹਨਾਂ ਕੋਲ ਨਵੀਂ ਜਨਰੇਸ਼ਨ ਹੈ ਹੀ ਨਹੀਂ, ਚਾਹੀਦੇ ਨੇ। ਬਿਲਕੁਲ। ਲਿਹਾਜ਼ਾ ਉਹ ਇਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਆ ਉਹਨੂੰ ਕਬੂਲ ਕਰ ਰਹੇ ਨੇ। ਬਿਲਕੁਲ ਠੀਕ ਕਹਿ ਰਹੇ ਹੋ, ਠੀਕ ਕਹਿ ਰਹੇ ਹੋ। ਅੱਛਾ, ਥੋੜਾ ਜਿਹਾ ਇਸ ਬਾਰੇ ਵੀ ਜੇ ਅਸੀਂ ਗੱਲ ਕਰੀਏ, ਅਸੀਂ ਜਦੋਂ ਗੱਲ ਕਰ ਰਹੇ ਸਾਂ ਅੱਗੇ ਵੀ ਕਿ ਅੱਜ ਦੇ ਦੌਰ ਦੀਆਂ ਕੁੜੀਆਂ ਕਰੀਅਰ ਤੇ ਵੀ ਫੋਕਸ ਕਰਦੀਆਂ ਨੇ ਜੀ। ਤੇ ਤੁਸੀਂ ਵੀ ਕਿਹਾ ਜ਼ਾਹਿਰ ਜੀ ਗੱਲ ਹੈ, ਜਦੀਦ ਦੌਰ ਦੇ ਨਾਲ ਤੁਰਨਾ ਪੈਂਦਾ ਹੈ। ਹਰ ਦੌਰ ਦਾ ਇੱਕ ਆਪਣਾ ਤਰੀਕਾਕਾਰ ਹੁੰਦਾ ਹੈ। ਤੁਹਾਨੂੰ ਕੀ ਲੱਗਦਾ ਕਿ ਇੱਕ ਪਾਸੇ ਕਰੀਅਰ, ਦੂਜੇ ਪਾਸੇ ਫੈਮਿਲੀ ਪ੍ਰੈਸ਼ਰ ਵੀ ਕੁੜੀਆਂ ਨੂੰ ਵੇਖਣਾ ਪੈਂਦਾ ਹੈ? ਇਹਨੂੰ ਕਿੰਝ ਵੇਖਦੇ ਹੋ? ਕਿਉਂਕਿ ਹਰ ਕੋਈ ਪੈਰੈਂਟ ਐਡਾ ਸਪੋਰਟਿਵ ਨਹੀਂ ਹੁੰਦਾ, ਹਰ ਕੋਈ ਇਨ-ਲॉज ਇੰਨੇ ਸਪੋਰਟਿਵ ਨਹੀਂ ਹੁੰਦੇ। ਜਿਵੇਂ ਤੁਸੀਂ ਗੱਲ ਕੀਤੀ ਹੈ, ਬੜੀ ਖੂਬਸੂਰਤ ਗੱਲ ਕੀਤੀ ਹੈ ਕਿ ਤੁਸੀਂ ਆਪਣੀ ਨੂੰਹਾਂ ਨੂੰ ਵੀ ਧੀ ਦੀ ਤਰ੍ਹਾਂ ਟਰੀਟ ਕਰ ਰਹੇ ਹੋ, ਤੇ ਇਹ ਬਹੁਤ ਖੂਬਸੂਰਤ ਗੱਲ ਹੈ। ਲੇਕਿਨ ਬਹੁਤ ਜਿਹੇ ਘਰਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਨੂੰਹਾਂ ਨੂੰ ਧੀ ਦੇ ਤੌਰ ਤੇ ਨਹੀਂ ਲਿਆ ਜਾਂਦਾ, ਤੇ ਉਹਨਾਂ ਘਰਾਂ ਦੇ ਵਿੱਚ ਕੀ ਪੈਗਾਮ ਦੇਵੋਗੇ? ਫਾਤਿਮਾ, ਡਾਕਟਰ ਸਾਹਿਬ ਮੌਜੂਦ ਨੇ ਤੇ ਸ਼ਾਇਦ ਇਤਫਾਕ ਨਾ ਕਰਨ। ਮੇਰੀਆਂ ਦੋਵੇਂ ਬਹੂਆਂ ਜਿਹੜੀਆਂ ਨੇ ਨਾ, ਉਹ ਮੇਰੇ ਅਜ਼ੀਜ਼ਾਂ ਚੋਂ ਨੇ। ਉਹਦੀ ਮੈਨੂੰ ਕੁਝ ਮੌਜ ਹੋਈ ਹੈ। ਮੌਜ ਇਹ ਹੋਈ ਹੈ ਕਿ ਕੋਈ ਪਰਦਾ ਨਹੀਂ, ਨਾ ਉਹਨਾਂ ਨੂੰ ਤੇ ਨਾ ਮੈਨੂੰ। ਠੀਕ। ਕੋਈ ਪਤਾ ਹੀ ਨਹੀਂ, ਮਤਲਬ ਇਹ ਹੈ ਕਿ ਕੋਈ ਲੁਕ ਲੁਕਾ ਨਹੀਂ, ਸਾਰਾ ਕੁਝ ਮੇਰੇ ਸਾਹਮਣੇ ਹੈ। ਉਹ ਮਤਲਬ ਬਹੂਆਂ ਜਿਹੜੀਆਂ ਨੇ ਉਹ ਮੈਨੂੰ ਆਪਣਾ ਪਿਓ ਸਮਝਦੀਆਂ ਨੇ, ਬਿਲਕੁਲ ਡੀਲ ਵੀ ਉਸੇ ਤਰ੍ਹਾਂ ਹੀ ਕਰਦੀਆਂ ਨੇ। ਇਹ ਨਹੀਂ ਕਿ ਬਗਾਨੇ ਘਰ 'ਚੋਂ ਮਤਲਬ ਹੈ ਕਿ ਬੱਚੀ ਆ ਗਈ ਹੈ ਤਾਂ ਐਕਲੇਮੇਟਾਈਜ਼ ਕਰਦਿਆਂ ਉਹ ਹੋਰ ਹੀ ਬੜੇ ਕਈ ਅਪਸੈਟ ਹੋ ਜਾਣ ਘਰ ਦੇ ਵਿੱਚ। ਨਾ, ਉਹ ਦੋਨੋਂ ਦੀ ਇਹ ਕੈਫੀਅਤ ਹੈ। ਸਾਡੇ ਦਾ ਸਾਰਾ ਘਰ ਬੜਾ ਸਮੂਥਲੀ ਚੱਲ ਰਿਹਾ। ਮੇਰੇ ਦੋਨੋਂ ਬੇਟੇ ਮੇਰੇ ਕੋਲ ਰਹਿੰਦੇ ਨੇ, ਇੱਕੋ ਮਕਾਨ ਦੇ ਵਿੱਚ ਅਸੀਂ। ਠੀਕ ਹੈ। ਵੱਡਾ ਬੇਟਾ ਉੱਪਰਲੇ ਹਿੱਸੇ 'ਚ ਰਹਿੰਦਾ, ਛੋਟਾ ਬੇਟਾ ਥੱਲੇ ਦੇ 'ਚ ਰਹਿੰਦਾ। ਦੋਨੋਂ ਮੈਰਿਡ ਨੇ। ਬਹੂਆਂ ਜਿਹੜੀਆਂ ਨੇ ਉਹ ਮੇਰੀਆਂ, ਮੈਂ ਤੁਹਾਨੂੰ ਕਿਹਾ ਜਿਸ ਤਰ੍ਹਾਂ ਮੇਰੀਆਂ ਬੱਚੀਆਂ ਵਾਂਗੂ ਨੇ, ਮੇਰੀਆਂ ਬੇਟੀਆਂ ਵਾਂਗੂ ਨੇ। ਅੱਛਾ, ਇੱਥੇ ਨਾ ਮੈਨੂੰ ਇੱਕ ਡਾਕਟਰ ਸਾਹਿਬ ਵਾਕਿਆ ਯਾਦ ਆ ਗਿਆ ਕਿ ਜਦੋਂ ਮੇਰੀ ਸ਼ਾਦੀ ਹੋਈ ਹੈ ਨਾ ਜੀ, ਤੇ ਮੇਰੀ ਬੇਗਮ ਜਦੋਂ ਘਰ ਆਈ ਸਾਡੇ, ਤੇ ਮੇਰੀ ਇੱਕ ਭੈਣ ਵੀ, ਉਹ ਮੇਰੇ ਤੋਂ ਛੋਟੀ, ਤੇ ਮੇਰੇ ਜਿਹੜੇ ਤਾਇਆ ਜੀ ਨੇ ਨਾ, ਮੇਰੇ ਤਾਇਆ ਜੀ ਦਾ ਮੇਰੇ ਅੱਬਾ ਜੀ ਨਾਲ ਵਾਹਵਾ ਫਰਕ ਹੈ ਏਜ ਦਾ ਨਾ। ਠੀਕ ਹੈ। ਠੀਕ।
ਤੇ ਉਹਨਾਂ ਨੇ ਮੇਰੀ ਜਿਹੜੀ ਬੇਗਮ ਸੀ, ਜਿਹੜੀ ਘਰ ਹੁਣ ਨਵੀਂ ਨੂੰਹ ਆਈ ਸੀ, ਉਹਨੂੰ ਦੋਵਾਂ ਹੱਥਾਂ ਨਾਲ ਪਿਆਰ ਦਿੱਤਾ ਤੇ ਮੇਰੀ ਭੈਣ ਵੀ ਕੋਲ ਖਲੋਤੀ ਸੀ ਤੇ ਉਹਨੂੰ ਇੱਕ ਹੱਥ ਨਾਲ ਪਿਆਰ ਦਿੱਤਾ। ਹਾਂ ਤੇ ਉਹ ਸਾਡੇ ਜਿਹੜਾ ਨਾ ਘਰ ਇੱਕ ਕੰਮ ਕਰਨ ਲਈ ਇੱਕ ਬੀਬੀ ਹੈ ਸੀ ਉਦੋਂ, ਤੇ ਉਹ ਕਹਿੰਦੀ ਹੈ ਬਾਬਾ ਜੀ ਇਹ ਤੁਸੀਂ ਕੀ ਕਹਾਣੀ ਵੰਡ ਕੀਤੀ? ਹਾਂਜੀ ਜ਼ਾਹਿਰ ਹੈ ਨਵੀਂ ਨੂੰਹ ਆਈ ਹੈ, ਅੱਜ ਇੱਕ ਦਿਨ ਹੋਇਆ, ਤੁਸੀਂ ਉਹਨੂੰ ਦੋਵਾਂ ਹੱਥਾਂ ਨਾਲ ਪਿਆਰ ਦਿੱਤਾ ਤੇ ਜਿਹੜੀ ਆਪਣੀ ਧੀ ਹੈ ਉਹਨੂੰ ਤੁਸੀਂ ਇੱਕ ਹੱਥ ਨਾਲ। ਉਹਨੇ ਆਖਿਆ ਗੱਲ ਸੁਣ ਮੇਰੀ, ਆ ਜਿਹੜੀ ਹੁਣ ਆਈ ਹੈ ਨਾ ਇਹ ਹੁਣੇ ਸਾਡੀ ਧੀ, ਤੇ ਜਿਹੜੀ ਆ ਸਾਡੇ ਕੋਲ ਹੈ ਨਾ ਇਹ ਤਾਂ ਕੱਲ ਕਿਸੇ ਦੀ ਹੋਰ ਦੀ। ਵਾਹ ਵਾਹ ਵਾਹ। ਕਿਆ ਇਹਨੂੰ ਦੋ ਹੱਥਾਂ ਨਾਲ ਤੇ ਇਹਨੂੰ ਇੱਕ। ਕਿਆ ਕਹਿਣੇ ਜੇ ਸਾਰੇ ਐਨਜੀ ਅਪਣਾਉਣ ਤੇ ਮਾਸ਼ਰੇ ਦੇ ਬਹੁਤ ਜਿਹੇ ਮਸਾਇਲ ਖਤਮ ਹੋ ਜਾਣਗੇ, ਜ਼ਿੰਦਗੀ ਬੜੀ ਆਸਾਨ ਹੋ ਜਾਏਗੀ। ਅੱਛਾ ਡਾਕਟਰ ਸਾਹਿਬਾ, ਤੁਹਾਡੇ ਕੋਲ ਜਿੰਜ ਬਹੁਤ ਕੇਸਿਸ ਵੀ ਆਉਂਦੇ ਹੋਣਗੇ ਇਸ ਤੋਂ ਰਿਲੇਟਡ, ਖਵਾਤੀਨ ਦੇ ਵਿੱਚ ਸਭ ਤੋਂ ਵੱਡਾ ਮਸਲਾ ਕੀ ਅੱਜ ਦੇ ਦੌਰ ਵਿੱਚ ਤੁਸੀਂ ਵੇਖ ਰਹੇ ਹੋ? एक तो थोड़ी जी गल वही उसी बात का सिलसिला आगे बढ़ाते हुए तुसी क्या कि करियर च बिजी हो जाते। मैं अपनी अगर तुहानू मिसाल देवां क्योंकि मेरा करियर तुहाडे सामने है कि मेरा तो मेरी शादी च MBBS च बादी हो गई सी, स्पेशलाइजेशन पार्ट 1 इम्तिहानात जिहड़ा पूरा लंबा जिहड़ा सफ़र होता है सारा कुछ मैंने उहदे बाद कीता। घरेलू जिंदगी दे नाल कीता। हाँ, फिर सब स्पेशलाइजेशन है जिहड़ी है साडी लैब सर्जरियां ये वो ते बाद मुल्क चो भी डिग्री लाई ते बड़ा कुछ मैंने कीता। अल्लाह का शुक्र है। तो बच्चे मेरे इंज है जैसे मेरे जिन्नी हाइट से माशाल्लाह। हाँ जी, तो नाल वो भी बेटी भी माशाल्लाह मेरी, ओदा भी मैं तानू साल पीए दा ही प्रोग्राम है तो ज़रूर इंशाल्लाह ओदा भी करेंगे अभी जिक्र। तो इस सारे में वो इसी तरह अल्हम्दुलिल्लाह मैनू इंज लगता है कि मेरी खैर वालदैन भी मदर भी डॉक्टर हैं और वो सपोर्ट सारा, लेकिन ऑफ कोर्स इन लॉस का भी बहुत सपोर्ट बहुत होता है साथ साथ। और मेरे नाल जेड़ी भी डॉक्टर कुड़ियां पढ़दी पई सी उन्हां च 50% करियर चला सकी ते 50% नहीं भी कीता। हाँ, लेकिन मैनू लगता है घर दा सपोर्ट तो है नो डाउट, बट ਜਿਹੜਾ ਤੁਸੀਂ ਵੇਖੋ ਕਿ ਜਿੱਥੇ ਜਾ ਕੇ ਤੁਹਾਡੀ ਸ਼ਾਦੀ ਹੋਈ ਹੈ ਤੇ ਉਹਦੇ ਬਾਅਦ ਤੁਸੀਂ ਫੀਲਡ ਅਗਰ ਵੇਖੋ ਕਿ ਅਗਰ ਤਾਂ ਤੁਹਾਨੂੰ ਲੱਗਦਾ ਹੈ ਕਿ ਗਾਇਨੀ ਜੈਸੀ ਹੈਕਟਿਕ ਰੂਟੀਨ ਤੁਹਾਨੂੰ ਸਪੋਰਟ ਕਰ ਸਕਦੇ ਨੇ ਤੇ ਨਾਲ ਬੱਚੇ ਤੇ ਸਾਰਾ ਕੁਝ, ਕਿਉਂਕਿ ਉਹੀ ਉਮਰ ਹੁੰਦੀ ਨੇ ਕਿ ਬੱਚੇ ਵੀ ਪੈਦਾ ਹੋਣੇ ਹੈ ਤੇ ਨਹੀਂ ਕਿ ਤੁਸੀਂ ਡਿਲੇ ਕਰ ਦਿਓ ਹਰ ਚੀਜ਼ ਨੂੰ ਕਰੀਅਰ ਦੇ ਪਿੱਛੇ, तो फिर तो तुसी ऑप्ट कर ले। तो कुछ अगर तो ऐसा नहीं है आगे फैमिली के एडा सपोर्ट नज़र नहीं आ रहा तो करियर ख़त्म करने की लोड़ नहीं है, क्योंकि डॉक्टर बनना भी आसान नहीं है। इसमें वालदैन का सरमाया तो मुल्क का सरमाया बड़ा कुछ लगता है जब एक इंसान डॉक्टर बनता है, तो उन्होंने भी ख़त्म नहीं करना चाहिए। और फिर यह है कि तुसी घर बैठ के भी अपनी फील्ड करियर कोई और फील्ड ले लो तो बेसिक साइंसिस से जा सकते हैं, तो कुछ ना कुछ करके थोड़ा डिले करके करियर शुरू कर सकते हैं कि बच्चे होके थोड़े बड़े हो जाए एंड फिर नहीं कि घर ही बैठ जाए। थोड़ा दोनों तरफ से ही बड़ी मेहनत की ज़रूरत होती है। बट अल्हम्दुलिल्लाह वालदैन दा भी साथ सपोर्ट, इन लॉज हस्बैंड नाल सारे थे तो अल्हम्दुलिल्लाह के हाँ वही गल है ना कि सपोर्ट होवे तुसी मेहनत कर लैंदे हो, मेहनत तो नहीं औरत घबरांदी, लेकिन जो सपोर्ट ही ना होए ते मसला ਜ਼ਰਾ ਖਰਾਬ ਹੋ ਜਾਂਦਾ ਹੈ। ਅੱਛਾ ਡਾਕਟਰ ਸਾਹਿਬ, ਅਸੀਂ ਨਾ ਪੁਰਾਣੇ ਵਕਤਾਂ 'ਚ ਗੱਲ ਸੁਣੀ ਦੀ ਸੀ ਕਿ ਜੀ ਜੇ ਕੁੜੀ ਐਕਸਪੈਕਟ ਕਰ ਰਹੀ ਹੈ ਤੇ ਉਹ ਚੈੱਕ ਕਰਾਉਂਦੇ ਨੇ ਜੀ ਅਲਟਰਾਸਾਊਂਡ ਕੀਤਾ, ਜੇ ਕੁੜੀ ਹੈ ਤੇ ਜੀ ਕਿਹਾ ਜੀ ਬੱਚਾ ਨਹੀਂ ਚਾਹੀਦਾ ਸਾਨੂੰ, ਇਹ ਹੁਣ ਵੀ ਹੁੰਦਾ ਜਾਂ ਹੁਣ ਸਮੂਥ ਹੋ ਗਿਆ ਮਾਮਲਾ? ਨਹੀਂ ਇਹ ਹੁਣ ਵੀ ਹੁੰਦਾ, ਪਤਾ ਨਹੀਂ ਸਾਰੇ ਜ਼ਮਾਨਾ 'ਚ ਹੀ ਹੁੰਦਾ ਆ ਰਿਹਾ ਸ਼ਾਇਦ। ਨੋਰਮਲੀ ਜਿਹੜਾ ਮੈਨੇ ਨੋਟਿਸ ਕੀਤਾ ਹੈ, ਜ਼ਾਹਿਰ ਹੈ ਆਈ ਥਿੰਕ ਮਾਂ ਤੇ ਇੰਜ ਨਹੀਂ ਦਿਲ 'ਚੋਂ ਸਾਥ ਚਾਹੁੰਦੀ, ਪਰ ਉਹ ਇੱਕ ਫੈਮਿਲੀ ਦਾ ਸ਼ਾਇਦ ਪ੍ਰੈਸ਼ਰ ਵੀ ਹੁੰਦਾ ਹੈ ਤੇ ਜਦੋਂ ਆਉਂਦੇ हैं बिल्कुल फिर पूरा काउंसलिंग, लेकिन 90% कपल्स में अगर काउंसलिंग कर दें कि इंज ए थॉट ठीक नहीं है तो तुसी इनू आगे बढ़ो तो सही, तो वो कर जाते हैं और बाद में बार बार शुक्रिया दे नाल आंदे। कई दफ़ा हर साल बच्चे नहीं सालगिरह च आपके लिए भी कुछ लेके आंदे कि तुसी थे जेड़े असी इन्ना अच्छा मशवरा देता सी। तो ये बाकी कुछ थॉट्स आते हैं, लेकिन शायद हर इंसान का उसको अनु समझा दिया जाए तो फिर तरीका तो जवाब देखो ना, वैसे 2026 है जहालत दा लेवल देख लो बिल्कुल जहालत मेरा ख्याल है 2039 ਵਿੱਚ ਵੀ ਜਹਾਲਤ ਕਿਤੇ ਨਾ ਕਿਤੇ ਤੇ ਰਹੇਗੀ। ਜਹਾਲਤ ਮੁੱਕ ਨਹੀਂ ਸਕਦੀ, ਜੇ ਜਹਾਲਤ ਮੁੱਕ ਜਾਏ ਤੇ ਫਿਰ ਉਹ ਰੋਲਾ ਕਿਹੜਾ ਰਹਿ ਜਾਏ। ਤੁਸੀਂ ਇਹ ਵੇਖੋ ਨਾ, ਇਸਲਾਮ ਨੇ ਵੀ ਹਮੇਸ਼ਾ ਸਪੋਰਟ ਕੀਤਾ ਕਿ ਜੀ ਧੀ ਨੂੰ ਇਕਬਲ ਸਮਝੋ, ਪਿਆਰ ਇਵਨ ਦਰਜਾ ਕਿਤੇ ਨਾ ਕਿਤੇ ਵੱਧਦੇ ਕੁੜੀਆਂ ਦਾ, ਇਸਲਾਮ ਨੇ ਤੇ ਬਹੁਤੇ ਰਾਈਟਸ ਦਿੱਤੇ। ਫਾਤਮਾ ਇੱਕ ਹੋਰ ਗੱਲ ਵੀ ਹੈ ਜੀ, ਪਹਿਲਾ ਵਿਆਹ ਜਿਹੜਾ ਹੁੰਦਾ ਨਾ ਉਹ ਮਾਂ ਪਿਓ ਲਈ ਵੀ ਇਮਤਿਹਾਨ ਹੁੰਦਾ, ਉਹਨਾਂ ਦੀ ਵੀ ਟ੍ਰੇਨਿੰਗ ਹੁੰਦੀ ਹੈ ਕਿ ਬਹੂ ਨੂੰ ਕਿਸ ਤਰ੍ਹਾਂ ਰੱਖਣਾ ਹੈ। ਉਹ ਪਹਿਲੀ ਵਾਰੀ ਇਸ ਤਜਰਬੇ ਚੋਂ ਗੁਜ਼ਰ ਰਹੇ ਹੁੰਦੇ ਨੇ ਤੇ ਹੌਲੀ ਹੌਲੀ ਉਹ ਦੂਜੀ ਵਾਰੀ ਤਜਰਬਾ ਹੈ ਮੇਰਾ ਇਹ ਹੈ ਕਿ ਦੂਜੀ ਵਾਰੀ ਉਹ ਵੀ ਕੁਝ ਸਿਆਣੇ ਹੋ ਗਏ ਹੁੰਦੇ ਨੇ, ਉਹਨਾਂ ਨੂੰ ਜਾਂਚ ਆ ਗਈ ਹੁੰਦੀ ਹੈ ਕਿ ਦੂਜੀ ਧੀ ਨੂੰ ਘਰ 'ਚ ਲਿਆ ਕੇ ਕਿਸ ਤਰ੍ਹਾਂ ਰੱਖਣਾ।
ਬਿਲਕੁਲ ਇਸ ਠੀਕ ਕਹਿ ਰਹੇ ਤਰ੍ਹਾਂ, ਹੋ ਬਿਲਕੁਲ ਇਸ ਤੁਸੀਂ। ਤਰ੍ਹਾਂ। ਲੇਕਿਨ ਉਹੀ ਗੱਲ ਨਾ, ਅਸੀਂ ਜਦੋਂ ਗੱਲ ਕਰ ਰਹੇ ਹਾਂ, ਅਸੀਂ ਤੇ ਆਪਣੇ ਵੱਲੋਂ ਇਹ ਮਸ਼ਵਰਾ ਦੇਵਾਂਗੇ ਕਿ ਪਲੀਜ਼ ਅੱਜ ਦੇ ਦੌਰ ਦੀ ਜਵਾਬ ਸਭ ਤੁਸੀਂ ਵੇਖੋਗੇ ਕੁੜੀਆਂ ਬਹੁਤ ਸਪੋਰਟ ਕਰ ਰਹੀਆਂ ਨੇ, ਹੈ ਨਾ। ਭਰਾਵਾਂ ਲਈ ਵੀ ਇੱਕ ਵੱਖਰੀ ਥਾਂ ਹੁੰਦੀ ਹੈ ਭੈਣਾਂ ਦੀ ਜੀ, ਬਲਕਿ ਧੀ ਦਾ ਬਹੁਤ ਰਿਸ਼ਤਾ ਵੀ ਸਾਰੇ ਬਹੁਤ ਬਹੁਤ ਜ਼ਬਰਦਸਤ ਸਾਰੇ ਹੈ। ਅਸੀਂ ਆਪਣੇ ਆਲੇ ਦੁਆਲੇ ਘਰਾਂ ਵਿੱਚ ਵੇਖਦੇ ਆ ਕਿ ਮੁੰਡੇ ਜਿਹੜੇ ਨੇ ਉਹ ਗੈਰ ਜ਼ਿੰਮੇਦਾਰ ਹੁੰਦੇ ਜਾਂਦੇ ਨੇ, ਹਾਂ, ਤੇ ਕੁੜੀਆਂ ਧੀਆਂ ਜ਼ਿੰਮੇਦਾਰ ਜਿਹੜੀਆਂ ਨੇ ਉਹ ਬੜੀਆਂ ਉਹ ਆਪਣੇ ਮਾਪਿਓ ਲਈ ਵੀ ਬੜੇ ਕੰਮ ਕਰਨ ਡੀਆਂ ਨੇ ਔਰ ਆਪਣੇ ਨਵੇਂ ਘਰ ਜਾ ਕੇ ਉਹਨਾਂ ਨੂੰ ਵੀ ਸਾਂਭਦੀਆਂ ਨੇ। ਨਾਲੇ ਇੱਕ ਹੋਰ ਤਰ੍ਹਾਂ ਦੇ ਮਰੀਜ਼ ਵੀ ਆਉਂਦੇ ਨੇ ਕਿ ਜਿਹੜਾ ਘਰ 'ਚ ਕੁੜੀ ਹੋ ਰਹੀ है से हमल बढ़ाई जाएंगे, 3 कुड़ियां हो गई हैं, चौथा मुंडे फिर वास्ते। करेंगे मुंडे वास्ते। ਹਾਂ, ਇਹ ਤੁਸੀਂ ਬੜਾ ਸੋਹਣਾ ਮਾਮਲਾ ਹਾਈਲਾਈਟ ਕੀਤਾ ਹੈ। ਇਵਨ ਸਾਡੇ ਵੀ ਜਾਣ ਤੁਹਾਡੀ ਗੱਲ ਤੋਂ ਹੀ ਕੰਟੀਨਿਊ ਕਰ ਰਹੀ ਹਾਂ ਕਿ ਉਸ ਕੁੜੀ ਦੀ ਆਪਣੀ ਸਿਹਤ ਖਰਾਬ ਹੋ ਗਈ, ਸਾਡੇ ਜਾਣਨ ਵਾਲੀ ਦੀ ਨੂੰ ਆਪਰੇਸ਼ਨਾਂ ਤੇ ਆਪਰੇਸ਼ਨਾਂ, 5 5 ਬੱਚੇ ਬੈਕ ਆਪਰੇਸ਼ਨ ਟੂ ਬੈਕ, ਠੀਕ ਹੈ, ਤੇ ਉਹਨੂੰ ਤੁਸੀਂ ਰੈਸਟ ਦਾ ਮੌਕਾ ਹੀ ਨਹੀਂ ਦੇ ਰਹੇ। ਬੈਕ ਟੂ ਬੈਕ 4 ਬੱਚੇ ਤੇ ਉਹ 3 ਕੁੜੀਆਂ ਹੋ ਗਈਆਂ ਨੇ, ਠੀਕ ਹੈ। ਚੌਥਾ ਜਾ ਕੇ ਕਿਧਰੇ ਮੁੰਡਾ ਹੋਇਆ, ਲੇਕਿਨ ਜਦੋਂ ਤੱਕ ਮੁੰਡਾ ਹੋਇਆ ਉਸ ਮਾਂ ਦੀ ਹਾਲਤ ਬਿਲਕੁਲ ਖਰਾਬ। ਤੇ ਨਾ ਸਿਰਫ ਹੈ ਕਿ ਹੈਲਥ ਦੇ ਮਸਾਇਲ, ਅੱਜ ਦੇ ਦੌਰ ਦੇ ਵਿੱਚ ਤਰਬੀਅਤ ਕਰਨਾ ਬਹੁਤ ਔਖਾ ਹੈ। ਬੱਚਿਆਂ ਹਰ ਬੱਚੇ ਦੇ ਹੱਥ ਦੇ ਵਿੱਚ ਤੇ ਫੋਨ ਹੁੰਦਾ ਹੈ, ਕਿਹੜੇ ਬੱਚੇ ਤੇ ਕੀ ਸ਼ਾਇਦ ਤੁਸੀਂ ਨਜ਼ਰ ਰੱਖੋਗੇ, ਕਿੰਨਾ ਤੁਸੀਂ ਉਹਨਾਂ ਨੂੰ ਵੇਲਾ ਦਵੋਗੇ। ਤੇ ਇਹਦਾ ਵੀ ਬਾਕੀ ਜਿਹੜੀ ਤੁਸੀਂ ਗੱਲ ਪਲੀਜ਼ ਕਰ ਰਹੇ ਸੋ ਉਹ ਕੰਟੀਨਿਊ ਕਰੋ, ਲੋਕਾਂ ਨੂੰ ਮੈਸੇਜ ਦਿਓ। ਤੇ ਬਾਰ-ਬਾਰ ਆਂਦੇ ਨੇ ਕਿ ਕੁੜੀ ਹੋ ਰਹੀ ਹੈ ਤੇ ਮੁੰਡੇ ਵਾਸਤੇ ਹਮਲ पे ਹਮਲ। ਉਹ ਹੁੰਦਾ ਹੀ ਹੈ ਕਿ ਖਾਤੂਨ ਜਿਹੜੀ ਮਾਂ ਹੈ ਉਹਦੀ ਉਮਰ ਵੱਧ ਜਾਂਦੀ ਹੈ ਤੇ 35 ਤੋਂ ਉੱਪਰ ਉਮਰ ਹੋ ਜਾਂਦੀ ਹੈ 40 ਦੇ ਨਾਲ, ਤੇ ਮੁੰਡਾ ਨਹੀਂ ਹੋਇਆ ਤੇ ਹਮਲ ਤੇ ਹਮਲ। ਫਿਰ ਤਬ 40 ਦੇ ਨਾਲ ਜਾ ਕੇ ਫਿਰ ਹਮਲ ਹੋਇਆ ਤੇ ਨਾਲੇ ਬੇਸ਼ੱਕ ਮੁੰਡਾ ਹੋ ਜਾਏ ਤੇ ਮਾਂ ਬਚੇ ਨਾ ਬਚੇ। ਅੱਲਾਹ, ਤੇ ਇਹ ਬਿਲਕੁਲ ਠੀਕ ਨਹੀਂ। ਉਨ ਕੁੜੀਆਂ ਨੂੰ ਕੌਣ ਵੇਖੇਗਾ ਅਗਰ ਮਾਂ ਨਹੀਂ ਹੈ, ਤੇ ਮਾਂ ਹੋਏਗੀ ਤਾਂ ਕੁੜੀਆਂ ਦੀ ਵੀ ਜ਼ਿੰਦਗੀ ਹੈ ਨਾ। तो ये बिल्कुल ठीक सोच ही नहीं है। और मैं तो अपने मरीज़ां ਨੂੰ ਇਹੀ ਦੱਸਦੀ ਹਾਂ ਕਿ ਇਹ ਜਿਹੜਾ ਮੁੰਡਾ ਹੋਇਆ ਇਹਨਾਂ ਨੇ ਪੁੱਛਣਾ ਨਹੀਂ, ਕੱਲ ਕੋ ਤਾਂ ਪੁੱਛਣਾ ਤੁਹਾਡੇ ਨਾਲ ਬੈਠਣਾ ਹੀ ਕੁੜੀਆਂ ਨੇ। ਧੀਆਂ ਨਹੀਂ ਪੁੱਛਣਾ, ਧੀਆਂ ਜਿੱਥੇ ਵੀ ਹੋਣਗੀ ਦੁਨੀਆ 'ਚ ਦੌੜੀਆਂ ਆਏਂਗੀ ਤੁਹਾਡੇ ਵਾਸਤੇ। ਬਿਲਕੁਲ तो बात यही हैगी कि ਇਹਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਵਹੀ ਬਾਤ ਹੈ ਕਿ ਮਾਂ ਦਾ ਸਾਇਆ ਵੀ ਬੱਚਿਆਂ ਵਾਸਤੇ ਇੰਨਾ ਹੀ ਇੰਪੋਰਟੈਂਟ ਹੈ। तो ਇੰਜ ਨਾ ਹੋ ਕਿ ਮਾਂ ਹੀ ਨਾ ਬਚੇ। ਡਾਕਟਰ ਸਾਹਿਬ ਮੈਨੂੰ ਆਪਣਾ ਇੱਕ ਬੈਤ ਯਾਦ ਆ ਰਿਹਾ ਹੈ, ਜਵਾਲ ਸਾਹਿਬ ਵੇਖਿਓ ਕਿ ਸਦਕੇ ਜਾਵਾਂ ਰੱਬਾ ਧੀਆਂ ਦੇ ਕੇ ਤੇ ਆਹਾ, ਮੇਰੇ ਜਨਾਜ਼ੇ ਦੀ ਤੂੰ ਰੌਣਕ ਜੰਮੀ ਹੈ। ਵਾਹ 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 ਵਾਹ, ਜਨਾਜ਼ੇ ਤੇ ਉਹਨਾਂ ਹੀ ਰੋਣਾ ਹੈ। ਵਾਹ 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 ਵਾਹ। ਬੱਚੇ ਪੁੱਤਰ ਜਿਹੜੇ ਨੇ ਉਹ ਤੇ ਮੁਮਕਿਨ ਹੈ ਜਾਇਦਾਦ ਵੱਲ ਉਹਨਾਂ ਦਾ ਧਿਆਨ ਹੋਏ, ਤੇ ਰੋਣਾ ਤੇ ਧੀਆਂ ਨਹੀਂ ਹੈ ਉੱਥੇ। ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਇਸ ਤਰ੍ਹਾਂ ਹੀ। ਵੇਖੋ ਧੀਆਂ ਦੇ ਨਾਲ ਅਸੀਂ ਨਾ ਕਈ ਵਾਰ ਲੰਘ ਜਾਂਦੇ ਕਿ ਘਰ ਦੀ ਰੌਣਕ ਹੁੰਦੀਆਂ ਨੇ। ਸਿਰਫ ਰੌਣਕ ਨਹੀਂ, ਇਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਨੇ। ਧੀਆਂ ਉਹ ਅੱਗੇ ਪਜਦੇ ਮੁੰਡੇ ਹੀ ਨੇ, ਉਸ ਤਰ੍ਹਾਂ ਹੀ ਸਾਂਭਦੀਆਂ ਨੇ ਆਪਣੇ ਆਪ ਨੂੰ, ਆਪਣੇ ਘਰਾਂ ਨੂੰ, ਜਿਸ ਤਰ੍ਹਾਂ ਉਹ ਵੀ ਤਵਾਨਾ ਮਰਦ ਨੇ। ਏਡੀ ਉਹ ਸਿਨਫੇ ਨਾਜ਼ੁਕ ਵਾਲੀ ਗੱਲ ਕੋਈ ਨਹੀਂ ਰਹੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਹੁਣ ਤੇ ਵੇਖੋ ਨਾ ਹਰ ਸ਼ੋਭਾ ਖੁੱਲ ਗਿਆ, ਖਵਾਤੀਨ ਲਈ ਹਰ ਸ਼ੋਭਾ ਖੁੱਲ ਗਿਆ। ਪੁਲਿਸ ਵਿੱਚ ਵੀ ਨੇ, ਉਹ ਆਰਮਡ ਫੋਰਸਿਸ ਦੇ ਵਿੱਚ ਵੀ ਨੇ। ਉਹ ਕਿਹੜਾ ਕੰਮ ਹੈ ਐਸਾ ਜਿਹੜਾ ਖਵਾਤੀਨ ਹੁਣ ਨਹੀਂ ਕਰਨ ਨਹੀਂ ਕਰ ਰਹੇ। ਬਿਲਕੁਲ ਠੀਕ ਹੈ। ਬਰਾਬਰੀ ਵਾਲਾ ਤੇ ਸਵਾਲ ਹੀ ਜਿਹੜਾ ਨਾ ਉਹ ਨਹੀਂ ਰਹਿ ਗਿਆ। ਬਿਲਕੁਲ ਐਂਜੀ। ਤੇ ਜਵਾਬ ਸਾਹਿਬ ਇੱਕ ਔਰ ਸ਼ਾਇਦ ਤੁਸੀਂ ਇੰਨੀ ਪਤਾ ਨਹੀਂ ਨੋਟਿਸ ਕੀਤੀ ਹੈ ਕਿ ਨਹੀਂ, ਕਿ ਇੰਨਾ ਸੋਹਣਾ ਉਹ ਲਿਖਦੇ ਨੇ, ਇੰਨਾ ਸੋਹਣਾ ਉਹ ਬੋਲਦੇ ਨੇ। ਤੇ ਜੇ ਤੁਸੀਂ ਕੁਝ ਔਰ ਵੀ ਸਾਨੂੰ ਅਬਾਸ ਸਾਹਿਬ ਸੁਣਾ ਦਿਓ ਆਪਣਾ ਲਿਖਿਆ। ਜੀ, ਤੁਹਾਡਾ ਇੱਕ ਸ਼ੇਰ ਸੁਣ ਕੇ ਬੜਾ ਮਜ਼ਾ ਆਇਆ, ਜੇ ਤੁਸੀਂ ਕੁਝ ਔਰ ਵੀ ਸੁਣਾ ਦਿਓ। ਕੁਝ ਮਾਂ ਤੇ ਨਾ ਤੁਹਾਨੂੰ ਬੈਤ ਸੁਣਾਵਾਂ। ਜੀ ਜੀ ਪਲੀਜ਼। ਤੇ ਉਹ ਬੈਤ ਨੇ ਜਿਹੜੇ ਬੜੇ ਪਸੰਦ ਕੀਤੇ ਗਏ, ਜ਼ਰਾ ਵੇਖਿਓ। ਜੀ। ਐਡੀ ਸੋਹਣੀ ਮਾਂ ਕੀ ਭੁੱਲਾਂ ਆਹਾ, ਜੋ ਮੈਨੂੰ, ਐਡੀ ਸੋਹਣੀ ਮਾਂ ਕੀ ਭੁੱਲਾਂ ਜੋ ਮੈਨੂੰ, ਮਾਂ ਸਦਕੇ ਦੀ ਥਾਂ ਮਾਂ ਸ਼ੱਕਰੇ ਕਹਿੰਦੀ ਸੀ। ਆਹਾ, ਵਾਹ 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 ਵਾਹ, ਕੀ ਬਾਤ। ਯਕੀਨ ਜਾਣੋ, ਲਾਡ ਪਿਆਰ ਨਾਲ ਮਾਵਾਂ ਸ਼ੱਕਰੇ ਆਂਦੀਆਂ ਹੁੰਦੀਆਂ ਸਨ। ਮਿੱਠੀ ਜ਼ੁਬਾਨ ਤੇ ਐਡੀ ਸੋਹਣੀ। ਔਰ ਇੱਕ ਬਾਤ ਹੋਰ ਸੁਣਿਓ, ਘੜੀ ਮੁੜੀ ਵੀ ਚੁੰਮ ਚੁੰਮ ਕੇ ਨਾ ਰੱਜੀ ਤੇ, ਘੜੀ ਘੜੀ ਚੁੰਮ ਚੁੰਮ ਘੜੀ ਘੜੀ ਵੀ ਚੁੰਮ ਚੁੰਮ ਕੇ ਨਾ ਰੱਜੀ ਤੇ, ਮਾਂ ਸ਼ੁਦੈਨ ਨੇ ਗੱਲ ਤੇ ਦੰਦੀ ਵੱਢ ਛੱਡੀ। ਵਾਹ 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 ਵਾਹ, ਘੜੀ ਮੁੜੀ ਵੀ ਉਹ ਹੁਣ ਕੀ ਕਰੇ ਆਪਣੇ ਪਿਆਰ ਦਾ, ਉਹ ਤੇ ਕਿਸੇ ਤਰ੍ਹਾਂ ਥੰਮਣ ਹੀ ਨਹੀਂ ਡਿਆ ਦਾ। ਘੜੀ ਮੁੜੀ ਵੀ ਚੁੰਮ ਚੁੰਮ ਕੇ ਨਾ ਰੱਜੀ ਤੇ, ਮਾਂ ਸ਼ੁਦੈਨ ਨੇ ਗੱਲ ਤੇ ਦੰਦੀ ਵੱਢ ਛੱਡੀ। ਔਰ ਜ਼ਰਾ ਬੈਤ ਵੇਖਿਓ, ਸੋਨਿਓ ਮੈਨੂੰ ਮੇਰੇ ਘਰ ਵਿੱਚ ਨਾ ਕੁੱਟਿਓ। ਦੇਖੋ ਮਾਰਨ ਵਾਲਿਆਂ ਨੂੰ ਸੋਨਿਓ ਕਹਿਣ ਡਿਆ। ਸੋਨਿਓ ਮੈਨੂੰ ਮੇਰੇ ਘਰ ਵਿੱਚ ਨਾ ਕੁੱਟਿਓ, ਇੱਥੇ ਮੇਰੀ ਮਾਂ ਦੀ ਰੂਹ ਵੀ ਰਹਿੰਦੀ ਹੈ। ਮਾਂ ਕਬਰ 'ਚ ਜਾ ਕੇ ਵੀ ਉਹ ਤੁਹਾਡੇ ਨਾਲ ਹੈ। ਉਹ ਕਿੱਥੇ ਬਣਾਉਂਦੀ ਹੈ, ਉਹ ਤੁਹਾਡੇ ਨਾਲ ਹੈ। ਉਹਦੀਆਂ ਦੁਆਵਾਂ ਤੁਹਾਡੇ ਨਾਲ, ਉਹਦੀਆਂ
ਮਤਲਬ ਨੇਕ ਖਾਸ਼ਾਤ ਤੁਹਾਡੇ ਨਾਲ ਸਾਰੀ ਉਮਰ ਤੁਰਦੀਆਂ ਨੇ। ਬਿਲਕੁਲ ਔਰ ਟਾਈਮ ਹੈ ਤੇ ਮੈਂ ਹੋਰ ਵੀ ਸੁਣਾ ਜੀ ਦਿੰਦਾ। ਸੁਣਾਓ। ਜੀ ਅੱਛਾ, ਜ਼ਰਾ ਇੱਕ ਖਿਆਲ ਵੇਖਿਓ, ਜਿਹੜਾ ਜਵਾਦ ਸਾਹਿਬ ਹੈ, ਇਹ ਪੂਰੇ ਪੰਜਾਬੀ ਅਦਬ 'ਚ ਮੈਂ ਹੀ ਬੰਨਿਆ ਹੋਏਗਾ। ਜਿੱਥੇ ਮਾਸੀ ਮਾਂ ਸੀ ਹੁੰਦੀ ਹੈ ਅੱਬਾਸ, ਵਾਹ, ਜਿੱਥੇ ਮਾਸੀ ਮਾਂ ਸੀ, ਜਿਸ ਤਰ੍ਹਾਂ ਉਹਦੇ ਵਿੱਚੋਂ ਇਹ, ਜਿਸ ਤਰ੍ਹਾਂ ਮਾਸੀ ਮਾਂ ਸੀ ਹੁੰਦੀ ਹੈ ਅੱਬਾਸ, ਉਸ ਤਰ੍ਹਾਂ ਮਾਮੂ ਮਾਂ ਦੇ ਮੂੰਹ ਨੂੰ ਕਹਿੰਦੇ ਨੇ ਮਾਂ ਮੂੰਹ। ਵਾਹ ਇਹ ਬੰਦਾ ਜਿਹੜਾ ਹੈ ਮੇਰੀ ਮਾਂ ਦਾ ਮੂੰਹ ਹੈ, ਵਾਹ, ਵਾਹ, ਮੇਰੀ ਵਾਹ, ਮਾਂ ਇੰਜ ਦੀ ਹੈ ਬਿਲਕੁਲ। ਕੀ ਬਾਤ, ਕੀ ਬਾਤ। ਇਹ ਪੰਜਾਬੀ ਅਦਬ 'ਚ ਇਹ ਖਿਆਲ ਮੈਂ ਹੀ ਦਿੱਤਾ, ਹੋਰ ਨਹੀਂ ਕਿਸੇ ਨੇ ਅੱਜ ਤੱਕ ਦਿੱਤਾ। ਔਰ ਉਹਦੇ ਬਾਅਦ ਵੇਖੋ ਕਿ ਮਾਂ ਦੇ ਸਗਲੇ ਅੱਜ ਵੀ ਛਨ ਛਨ ਕਰਦੇ ਨੇ। ਆਹਾ, ਡਾਕਟਰ ਸਾਹਿਬ ਤੁਸੀਂ ਸਗਲੇ ਵੇਖੇ ਨੇ ਕਿ ਨਹੀਂ? ਨਹੀਂ, ਪੁਰਾਣੀਆਂ ਔਰਤਾਂ ਦੇ ਪੈਰਾਂ 'ਚ ਇੱਥੇ ਜ਼ੇਵਰ ਹੁੰਦਾ ਸੀ, ਚਾਂਦੀ ਦਾ ਆਮ ਤੌਰ ਤੇ ਹੁੰਦਾ ਸੀ, ਉਹ ਸਗਲੇ ਕਹਿਲਾਉਂਦੇ ਸਨ। ਮਾਂ ਦੇ ਸਗਲੇ ਅੱਜ ਵੀ ਛਨ ਛਨ ਕਰਦੇ ਨੇ। ਜਦੋਂ ਉਦਾਸੀ ਮੈਨੂੰ ਕੱਲਾ ਵੇਖ ਲਵੇ, ਵਾਹ 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 ਵਾਹ। ਮਾਂ ਦੇ ਸਗਲੇ ਅੱਜ ਵੀ ਛਨ ਛਨ ਕਰਦੇ ਨੇ। ਜਦੋਂ ਉਦਾਸੀ ਮੈਨੂੰ ਕੱਲਾ ਵੇਖ ਲਵੇ। ਔਰ ਜਿੱਥੋਂ ਮੈਨੂੰ ਰੋਜ਼ੀ ਰੋਟੀ ਹੈ ਆਉਂਦੀ, ਆਹਾ, ਜਿੱਥੋਂ ਮੈਨੂੰ, ਡਾਕਟਰ ਸਾਹਿਬ ਤੁਸੀਂ ਪੂਰੀ ਤਰ੍ਹਾਂ ਸਮਝਦੇ ਹੋਵੋਗੇ ਪੂਰੀ ਮੈਨੂੰ ਤਰ੍ਹਾਂ ਉਮੀਦ ਹੈ, ਸਮਝ ਰਹੀ ਹਾਂ। ਜਿੱਥੋਂ ਮੈਨੂੰ ਰੋਜ਼ੀ ਰੋਟੀ ਹੈ ਆਉਂਦੀ, ਉੱਥੇ ਮੇਰੀ ਮਾਂ ਵਰਗਾ ਕੋਈ ਬੈਠਾ ਹੈ। ਆਹਾ, ਵਾਹ 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 ਵਾਹ, ਬਹੁਤ ਸੋਹਣਾ, ਬਹੁਤ ਖੂਬ। ਜਿੱਥੋਂ ਮੈਨੂੰ ਰੋਜ਼ੀ ਰੋਟੀ ਹੈ ਆਉਂਦੀ, ਵਾਹ ਵਾਹ ਵਾਹ, ਉੱਥੇ ਮੇਰੀ ਮਾਂ ਵਰਗਾ ਕੋਈ ਬੈਠਾ ਹੈ। ਆਹਾ, ਔਰ ਕਿਸੇ ਵੀ ਪਾਸਿਓਂ ਜਦ ਵੀ ਠੰਡਾ ਨਾ ਆਵਨ, ਆਹਾ, ਫਾਤਮਾ ਜ਼ਰਾ ਵੇਖਿਓ, ਜੀ ਕਿਸੇ ਵੀ ਪਾਸਿਓਂ ਜਦ ਵੀ ਠੰਡਾ ਨਾ ਆਵਨ, ਮਾਂ ਦੀ ਚੱਦਰ ਸਿਰ ਤੇ ਲੈ ਕੇ ਬਹਿ ਜਾਣਾ। ਵਾਹ 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 ਵਾਹ। ਕਿਸੇ ਵੀ ਪਾਸਿਓਂ ਜਦ ਨਾ ਠੰਡਾ ਆਵਨ ਤੇ ਮਾਂ ਦੀ ਚੱਦਰ ਸਿਰ ਤੇ ਲੈ ਕੇ ਬਹਿ ਜਾਣਾ। ਔਰ ਵੇਖਿਓ ਜ਼ਰਾ ਇਹ ਖਿਆਲ ਕਿਸ ਤਰ੍ਹਾਂ ਵੱਜ ਗਿਆ, ਮੇਰਾ ਬੜਾ ਢਿੱਲ ਲੱਗਾ ਇਹਨੂੰ ਬੰਨ੍ਹਣ ਲਈ, ਕਿ ਮੇਰੀ ਮਾਂ ਜੇ ਮੈਨੂੰ ਗਾਲਾਂ ਕੱਢੇ ਵੀ, ਆਹਾ, ਮੇਰੀ ਮਾਂ ਜੇ ਮੈਨੂੰ ਮੈਨੂੰ ਗਾਲਾਂ ਕੱਢੇ ਵੀ, ਤੇਰੀ ਮਰਜ਼ੇ ਮਾਂ ਉਹ ਹੱਸ ਕੇ ਕਹਿੰਦੀ ਸੀ। ਆਹਾ, ਵਾਹ 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 ਵਾਹ, ਤੇਰੀ ਮਰ ਜਾਏ ਮਾਂ ਉਹ ਹੱਸ ਕੇ ਤੈਨੂੰ ਕੁਝ ਨਾ ਹੋਏ, ਵਾਹ ਵਾਹ ਵਾਹ, ਮੈਂ ਹੀ ਮਰ ਜਾ। ਗਾਲਾਂ ਕੱਢਣ ਲਈ ਜੇ ਮਾਂ, ਇਹ ਕਾਦੀ ਗਾਲ ਹੈ ਭਾਈ? ਵਾਹ, ਲੇਕਿਨ ਮਾਵਾਂ ਦਾ ਪਿਆਰ ਵੇਖੋ ਇੰਨਾ ਭਰਿਆ ਦਾ ਕੋਈ, ਆਖੇ ਤੇਰਾ ਬੇੜਾ ਤਰ ਜਾਏ। ਆ ਤੇਰਾ ਬੇੜਾ ਤਰਦੇ ਆ। ਵਾਹ ਵਾਹ, ਬਿਲਕੁਲ ਜੀ, ਮਾਂ ਪਿਓ ਦੀ ਮੁਹੱਬਤ ਦਾ ਨੇਮੁਲ ਬਦਲ ਕੋਈ ਹੈ ਹੀ ਨਹੀਂ, ਇਸ ਦੀ ਕੋਈ ਰਿਪਲੇਸਮੈਂਟ ਨਹੀਂ ਹੈ। ਤੇ ਜਿੰਜ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਤੇ ਕਹਿੰਦੀ ਆ ਸਾਰਿਆਂ ਦੇ ਮਾਪਿਓ ਸਿਰ ਤੇ ਸਲਾਮਤ ਰਹਿਣ, ਜਿਨ੍ਹਾਂ ਜਿਨ੍ਹਾਂ ਦੇ ਹੈ ਨੇ ਪਲੀਜ਼ ਉਹਨਾਂ ਦੀ ਕਦਰ ਕਰੋ, ਕਿਉਂਕਿ ਜਦੋਂ ਤੁਹਾਨੂੰ ਨਹੀਂ ਪਤਾ ਹੁੰਦਾ, ਬਾਅਦ ਤੁਸੀਂ ਫੋਨ ਵਿੱਚ ਲੱਗੇ ਹੋ, ਤੁਸੀਂ ਟਾਈਮ ਨਹੀਂ ਦੇ ਰਹੇ ਹਨ ਜਵਾਦ ਸਾਹਿਬ, ਜਿਹਦੇ ਕੋਲ ਇਹ ਹਸਤੀ ਨਹੀਂ, ਤੁਸੀਂ ਉਹਨਾਂ ਦਾ ਦਰਦ ਨਹੀਂ, ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ। ਉਹਨਾਂ ਨੂੰ ਟਾਈਮ ਨਾ ਦੇਣ ਦੇ ਬਹੁਤ ਸਾਰੇ ਬਹਾਨੇ ਜਿਹੜਾ ਨਾ ਉਹ ਤੁਸੀਂ ਲੱਭ ਸਕਦੇ ਹੋ, ਲੇਕਿਨ ਉਹਨਾਂ 'ਚ ਕੋਈ ਵੀ ਬਹਾਨਾ ਦਰੁਸਤ ਨਹੀਂ ਹੈ। ਨਹੀਂ ਜੀ, ਬਿਲਕੁਲ ਹੈ ਜੀ। ਤੇ ਜਿਹੜੀ ਡਾਂਟ ਹੁੰਦੀ ਨਾ, ਇਹ ਵੀ ਕਹਿ ਰਹੇ ਸਨ ਨਾ ਪ੍ਰੋਫੈਸਰ ਸਾਹਿਬ ਵੀ, ਮਾਂ ਪਿਓ ਦੀ ਡਾਂਟ ਵੀ ਬੜੀ ਸੋਹਣੀ ਜੇ ਹੈ ਨਾ, ਉਹ ਜਿਹੜੇ ਬੱਚਿਆਂ ਹਰ ਕਿਸੇ ਗੱਲ ਤੇ ਅੜ ਜਾਂਦੇ ਨੇ, ਉਹ ਵੀ ਬਹੁਤ ਖੂਬਸੂਰਤ ਹੈ। ਮੈਂ ਇੱਕ ਬੈਤ ਹੈ, ਜੀ ਜੀ, ਅੱਬਾ ਜੀ ਮੈਂ ਬੰਦ ਕਰਾਂ ਇਹ ਦਰਵਾਜ਼ਾ, ਹਾਂ, ਆਹਾ, ਅੱਬਾ ਜੀ ਮੈਂ ਬੰਦ ਕਰਾਂ ਇਹ ਦਰਵਾਜ਼ਾ, ਤੁਹਾਡਾ ਮੈਨੂੰ ਝਿੜਕਾਂ ਦੇਣ ਨੂੰ ਜੀ ਕਰਦਾ ਹੈ। ਆਹਾ, ਵਾਹ ਵਾਹ, ਤੁਹਾਡਾ ਜੀ ਕਰਨ ਦਿਆ ਤਾਂ ਮੈਨੂੰ ਝਿੜਕਾਂ ਦੇ ਕੇ ਤੇ ਬੂਹਾ ਖੁੱਲਾ ਹੋਏਗਾ ਤੇ ਤੁਸੀਂ ਝਿੜਕਾਂ ਦੇ ਨਹੀਂ ਸਕੋਗੇ। ਮੈਂ ਲੱਗਾ ਜੇ ਬੰਦ ਕਰ ਬੂਹਾ, ਵਾਹ ਵਾਹ, ਰੱਜ ਕੇ ਝਿੜਕੋ ਮੈਨੂੰ। ਕੀ ਬਾਤ। ਮਾਂ ਪਿਓ ਤੇ ਫਿਰ ਅਨਮੋਲ ਚੀਜ਼ਾਂ ਨੇ, ਇਹਨਾਂ ਦਾ ਕੋਈ ਬਿਲਕੁਲ ਜੀ, ਉਹਨਾਂ ਦੀ ਝਿੜਕਾਂ ਦੇ ਵਿੱਚ ਵੀ ਸਵਾਦ ਹੈ, ਭਾਵੇਂ ਜੋ ਵੀ ਕਹਿ ਲੈਣ, ਉਹਨਾਂ ਦੇ ਵਿੱਚ ਵੀ ਸਵਾਦ ਹੈ। ਤੇ ਇਹ ਬੜਾ ਮਜ਼ੇਦਾਰ ਐਲੀਮੈਂਟ ਹੋ ਜਾਂਦਾ ਜਿਹੜਾ ਦੇ ਘਰ ਬਜ਼ੁਰਗ ਹੈ ਨੇ ਨਾ, ਮਾਂ ਪਿਓ ਬਿਲਕੁਲ ਬੱਚੇ ਹੋ ਜਾਂਦੇ ਜੇ, ਬੱਚਿਆਂ ਵਾਲੇ ਸਾਰੇ ਲੌਜੀਕ ਨੇ ਉਹਨਾਂ ਦੇ, ਠੀਕ ਹੈ। ਉਹਨਾਂ ਦੀ ਕਦਰ ਕਰੋ, ਯਕੀਨ ਕਰੋ, ਕਿਉਂਕਿ ਜਦੋਂ ਅਸੀਂ ਬੱਚੇ ਸਾਂ, ਸਾਨੂੰ ਸਾਡੇ ਮਾਂ ਪਿਓ ਨੇ ਪਤਾ ਨਹੀਂ ਕੀ ਕਰਕੇ ਪਾਲਿਆ, ਉਸ ਵੇਲੇ ਤੇ ਇੰਨੀਆਂ ਸਹੂਲਤਾਂ ਵੀ ਨਹੀਂ ਸਨ ਸਾਡੇ ਲਈ, ਤੇ ਅੱਜ ਬਹੁਤ ਕੁਝ ਅਸੀਂ ਆਪਣੇ ਮਾਂ ਪਿਓ ਵਾਸਤੇ ਕਰ ਸਕਨੇ ਹਾਂ। ਫਾਤਮਾ ਜੀ, ਆਪਣਾ ਪ੍ਰੋਫੈਸਰ ਸਾਹਿਬ ਨਾਲ ਜਿਹੜਾ ਨਾ ਪਹਿਲਾਂ ਅਸੀਂ ਗੁਫ਼ਤਗੂ ਕਰ ਰਹੇ ਸਾਂ, ਤੇ ਉਹ ਮੈਂ ਉਸ ਗੁਫ਼ਤਗੂ ਤੋਂ ਹੀ ਜਿਹੜਾ ਨਾ ਇਸ ਗੱਲ ਨੂੰ ਜੋੜਾਂਗਾ ਕਿ ਜਦੋਂ ਤੁਹਾਡੇ ਆਪਣੇ ਬੱਚੇ ਹੁੰਦੇ ਨੇ ਨਾ, ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਤੁਹਾਡੇ ਮਾਂ ਪਿਓ ਦੀ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਮੁਹੱਬਤ,
ਹਾਂ ਸਹੀ ਕਹਿ ਰਹੇ ਹੋ। ਮੈਂ ਆਪਣੇ ਬੱਚੇ ਲਈ ਜਿਹੜੀ ਮੇਰੀ ਮੁਹੱਬਤ ਹੈ ਉਹ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਤੇ ਯਕੀਨਨ ਜਿਹੜੀ ਮੇਰੇ ਮਾਪਿਓ ਦੀ ਮੇਰੇ ਲਈ ਮੁਹੱਬਤ ਹੈ ਉਹ ਵੀ ਕਿਵੇਂ ਬਿਆਨ ਕੀਤੀ ਜਾ ਸਕਦੀ ਹੈ। ਬਿਲਕੁਲ ਠੀਕ। ਉਹਨਾਂ ਤੋਂ ਜ਼ਿਆਦਾ ਮੁਖਲਸ ਕੋਈ ਵੀ ਨਹੀਂ ਹੋ ਸਕਦਾ, ਤੇ ਉਹ ਉਹਨਾਂ ਦੀ ਕਦਰ ਨਾ ਕਰਕੇ ਤੇ ਫਿਰ ਆਪਣੀ ਕਦਰ ਗਵਾਉਣ ਵਾਲੀ ਗੱਲ ਆਪਣਾ ਹੀ ਨੁਕਸਾਨ ਹੈ। ਤੇ ਇਹ ਨੁਕਸਾਨ ਤੁਸੀਂ ਨਾ ਕਰੋ, ਕਿਉਂਕਿ ਸਾਰੇ ਬਹੁਤ ਸੀਰੀਅਸ ਹੋ ਰਹੇ ਨੇ। ਮੇਰੇ ਹੁਣ ਬੱਚੇ ਨਹੀਂ ਤੇ ਮੈਂ ਉਹਨਾਂ ਰਿਲੇਟ ਨਹੀਂ ਕਰ ਪਾ ਰਹੀ, ਲੇਕਿਨ ਮੈਨੂੰ ਅੰਦਾਜ਼ਾ ਹੈ ਕਿਉਂਕਿ ਮੇਰੇ ਭਰਾਵਾਂ ਦੇ ਹੈ ਨੇ। ਠੀਕ ਹੈ, ਤੇ ਬਾਕੀ ਪਲੀਜ਼ ਆਪਣੇ ਮਾਪਿਓ ਦੀ ਕਦਰ ਕਰੋ ਜੀ, ਉਹਨਾਂ ਦੀ ਇੱਜ਼ਤ ਉਹਨਾਂ ਨੂੰ ਦਵੋ ਜਿਸ ਹੱਦ ਤੱਕ ਦੇ ਸਕਦੇ ਹੋ, ਉਹਨਾਂ ਨੂੰ ਟਾਈਮ ਦਵੋ, ਉਹਨਾਂ ਦੀ ਜਿੰਨੀ ਖਿਦਮਤ ਹੋ ਸਕਦੀ ਹੈ ਨਾ ਤੁਸੀਂ ਕਰੋ। ਤੇ ਡਾਕਟਰ ਸਾਹਿਬ ਹਾਂ ਉਹਨਾਂ ਨੂੰ ਬਹੁਤ ਖੁਸ਼ ਰੱਖੋ, ਬਸ ਸਾਡਾ ਇਹੀ ਮੈਸੇਜ ਹੈ। ਡਾਕਟਰ ਜੀ ਆਪਣਾ ਮੈਂ ਬੈਠ ਇਸ ਮੌਜੂ ਤੇ ਸੁਣਾ ਦੇਣਾ ਬਿਸਮਿਲ੍ਲਾ ਕਿ ਤਗੜਾ ਹੋ ਜਾ, ਤੇਰੇ ਆਪਣੇ ਪੁੱਤਰਾਂ ਨੇ ਤਗੜਾ ਹੋ ਜਾ, ਤੇਰੇ ਆਪਣੇ ਪੁੱਤਰਾਂ ਤਗੜਾ ਹੋ ਜਾ, ਤੇਰੇ ਆਪਣੇ ਪੁੱਤਰਾਂ ਨੇ ਦਾਦੇ ਨੂੰ ਉਫ ਕਹਿੰਦਿਆਂ ਤੈਨੂੰ ਵੇਖ ਲਿਆ। ਓਏ ਹੋਏ ਹੋਏ ਵਾਹ ਵਾਹ ਵਾਹ, ਪੁਰਾਣੇ ਹਕੀਮ ਹੈ ਕਿ ਉਫਮ ਵਲਾ ਤਨਹਰਹੁਮਾ, ਮਾਂ ਪਿਓ ਜਦੋਂ ਬੁੱਢੇ ਹੋ ਜਾਣ ਨਾ ਤੇ ਇਹਨਾਂ ਦੇ ਅੱਗੇ ਉਫ ਵੀ ਨਾ ਕਰਿਓ। ਤੇ ਫਾਤਿਮਾ ਉਫ ਭਲਾ ਕੀ ਹੁੰਦਾ ਹੈ? ਉਫ ਹੁੰਦਾ ਹੈ ਹਾਂ ਇਗਨੋਰ ਕਰ ਇੰਨਾ ਦੇਣਾ, ਕੀ ਇਸ਼ਾਰਾ ਹੀ। ਹਾਂ ਔਰ ਰੱਬ ਕਹਿੰਦਾ ਇਹ ਵੀ ਨਾ ਕਰਿਓ, ਮੈਨੂੰ ਨਹੀਂ ਜੇ ਚੰਗਾ ਲੱਗਦਾ ਇਹ ਵੀ। ਤੇ ਤਗੜਾ ਹੋ ਜਾ, ਤੇਰੇ ਆਪਣੇ ਪੁੱਤਰਾਂ ਨੇ ਦਾਦੇ ਨੂੰ ਉਫ ਕਹਿੰਦਿਆਂ ਤੈਨੂੰ ਵੇਖ ਲਿਆ। ਵਾਹ ਵਾਹ ਵਾਹ, ਤੇਰੇ ਅੱਗੇ ਆ ਜਾਣਾ, ਇਹ ਤੇਰੇ ਅੱਗੇ ਆਏਗਾ। ਬਿਲਕੁਲ ਜੀ, ਜੋ ਤੁਸੀਂ ਬੀਜੋਗੇ ਉਹ ਹੀ ਫਿਰ ਵੱਢਣਾ ਹੈ, ਤੇ ਕੁਝ ਚੰਗਾ ਹੀ ਕਰੋ। ਅੱਛਾ ਡਾਕਟਰ ਸਾਹਿਬਾ, ਜਿਵੇਂ ਤੁਸੀਂ ਮਾਸ਼ਾਅੱਲਾ ਦੱਸ ਰਹੇ ਹੋ ਤੁਹਾਡੇ ਬੱਚੇ ਵੀ ਨੇ, ਮੈਨੂੰ ਤਾਂ ਤੁਸੀਂ ਆਪੇ ਛੋਟੇ ਜਿਹੇ ਲੱਗ ਰਹੇ ਸੋ, ਤੁਸੀਂ ਹੈਰਾਨ ਕਰਤਾ ਕਿ ਤੁਹਾਡੇ ਇੰਨੇ ਬੱਚੇ ਨੇ। ਮੈਨੂੰ ਜ਼ਰਾ ਦੱਸੋ ਤੁਹਾਡੀ ਵੀ ਮਾਸ਼ਾਅੱਲਾ ਕੁੜੀ ਹੈ? मेरी माशाल्लाह बेटी है, पहला मेरी कुड़ी पैदा हुई है तो फिर मेरा मुंडा है, तो जी कुड़ी है वो हुन माशाल्लाह मेरी हाइट से हो गई है माशाल्लाह माशाल्लाह। ते नाले बड़ा ही प्यारा मेरा लिंक है, ऐसा समझ लो कि मेरी बेस्ट फ्रेंड दी की तरह है। मैनू लगता है कि पहली जेड़ी कुड़ी होंदी है वो वैसी माँ की बेस्ट फ्रेंड ही होंदी है। बिल्कुल ठीक कह रहे हो, क्योंकि साडा कुछ असी हर चीज़ शेयर करते हैं। ਤੇ ਮੈਨੂੰ ਇੰਜ ਲੱਗਦਾ ਹੈ ਕਿ ਅਗਰ ਕੋਈ ਦੋਸਤ ਨਾ ਵੀ ਹੋ ਤਾਂ ਜਿਹੜਾ यहाँ तक कि ਪੇਸ਼ੈਂਟ ਦੀ ਵੀ ਹਰ ਬਾਤ ਤੇ ਮੈਂ ਆ ਕੇ ਉਹਨਾਂ ਨੂੰ ਕੋਲੋਂ ਦੱਸ ਦਿੰਦੀ ਹਾਂ। ਤੇ ਕਈ ਵਾਰੀ ਕੋਈ ਅਨੋਖਾ ਆਪਰੇਸ਼ਨ ਕੀਤਾ ਹੋਏ ਤੇ ਆ ਕੇ ਮੈਂ ਦੱਸਦੀ ਹਾਂ ਕਿ ਹੁਣ ਆਲ ਆਫ ਅ ਸਡਨ ਇਹ ਹੋਇਆ ਸੀ ਤੇ ਅਸੀਂ ਇਹ ਕੀਤਾ ਤੇ ਇਹ ਕੀਤਾ। ਔਰ ਹੁਣ ਆਈ ਥਿੰਕ ਉਹਨੂੰ ਵੀ ਫਿਰ ਉਹ ਵੀ ਪੁੱਛਦੀ ਨੇ, ਫਿਰ ਹਰ ਸਕੂਲ ਦੀ ਗੱਲ, फिर साढ़े कपड़े असी बड़े शेयर कर लेंदे ने ते हर चीज़ इस तरीके से। ते मैनू कई दफ़ा मैनू लगता है कि वो मेरे कोलों ज़्यादा अकलमंद है क्योंकि मैनू इन्ने अच्छे मशवरे दे देंदी है। ते कदी जा रहे तो मैनू कदी कई चीज़ां च मना कर दी है कि मामा ए तुसी नहीं ठीक करते पे, इनू इंज करो। ਤੇ ਕਦੀ ਕੁਝ ਹੋ ਤਾਂ ਇਹਨਾਂ ਨੇ ਉਹ ਆਖਿਆ ਸੀ ਤੁਸੀਂ ਇਹਨੂੰ ਉਹਨੂੰ ਇੰਜ ਤਰ੍ਹਾਂ ਜਵਾਬ ਦੇਣਾ ਸੀ ਤੇ ਉਹਨੂੰ ਉਹ ਦੌੜਦੀ ਹੈ ਨਾ। ਹਾਂਜੀ, ਤਾਂ ਉਹਨਾਂ ਨੂੰ ਤਾਂ मुझे ऐसे लगता है कभी अगर मैं कहीं जाऊँ तो मैनू लगता है कि वो नहीं है तो मैं तो उन्होंने बड़ा मिस करदी हाँ। तो कई दफ़ा उन्हें मैनू जैसे मुल्क तो बाहर कभी जाना पे कोई कॉन्फ्रेंस से कोई तो अकेले जाना तो मेरी कोशिश होती नहीं कि मैं उन्होंने नाल ही साथ ले जाऊँ क्योंकि माशाल्लाह एक तो अकल भी कंपनी भी एडी सोहनी है कंपनी के। डॉक्टर साहब आप बेस्ट फ्रेंड वाली गल कीती ना, मैं टोटली रिलेट करनी क्योंकि मेरी ਜਿਹੜੀ ਵਾਲਦਾ ਨੇ, ਮੈਂ ਜਦੋਂ ਘਰ ਜਾਣੀ ਹੈ ਦਫ਼ਤਰ ਤੋਂ, ਮੇਰੀ 12 ਘੰਟੇ ਦੀ ਸ਼ਿਫਟ ਹੋ ਜਾਏ, ਮੈਨੂੰ ਕੋਈ ਬਹੁਤ ਕੰਮ ਹੋ ਜਾਏ, ਘਰ ਜਾ ਕੇ 2 ਘੰਟੇ ਦਾ ਸੈਸ਼ਨ ਵਾਲਿਦਾ ਸਾਹਿਬਾ ਦੇ ਨਾਲ ਹੁੰਦਾ ਹੈ। ਉਹ ਲਾਜ਼ਮੀ ਪੂਰੇ ਦਿਨ ਦੀ ਤੁਸੀਂ ਤਫਸੀਲ ਉਹਨਾਂ ਨੂੰ ਦੱਸਣੀ ਹੈ, ਉਹਨਾਂ ਦੀ ਆਪਣੇ ਭੈਣ ਭਰਾਵਾਂ ਦੇ ਨਾਲ ਕੀ ਗੱਲ ਹੋ ਰਹੀ ਹੈ ਉਹਨਾਂ ਨੇ ਉਹ ਦੱਸਣੀ ਹੈ। ਸਵੇਰੇ ਤੁਸੀਂ ਉੱਠੇ ਹੋ, ਤੁਸੀਂ ਦਫ਼ਤਰ ਜਾਣ ਤੋਂ ਪਹਿਲਾਂ ਭਾਵੇਂ ਉਹ ਕੋਈ ਵੀ ਟਾਈਮ ਹੈ ਤੁਹਾਡੇ ਦਫ਼ਤਰ ਦਾ, ਤੁਸੀਂ ਅੱਧਾ ਪੌਣਾ ਘੰਟਾ ਵਾਲਿਦਾ ਦੇ ਨਾਲ ਬਹਿਣਾ ਹੈ, ਉਹਨਾਂ ਦੇ ਨਾਲ ਉਹਨਾਂ ਦੀ ਸੁਣਨੀ ਹੈ। ਤੇ ਇਹ ਜਿਹੜਾ ਮਜ਼ੇਦਾਰ ਜਿਹਾ ਬੌਂਡ ਹੁੰਦਾ, ਯਕੀਨ ਕਰੋ ਤੁਹਾਡਾ ਜਿਹੜਾ ਆਪਣੇ ਵਾਲਿਦੈਨ ਦੇ ਨਾਲ ਜਦੋਂ ਇੰਝ ਦਾ ਬੌਂਡ ਹੁੰਦਾ ਨਾ, ਮੇਰੇ ਵਾਲਿਦ ਸਾਹਿਬ ਐਡੇ ਚੰਗੇ ਨੇ, ਉਹ ਤੇ ਕੀ ਕਰਦੇ ਨੇ ਛੁੱਟੀ ਵਾਲੇ ਦਿਨ ਚਾਹ ਬਣਾ ਲੈਂਦੇ ਨੇ ਆਪੇ ਕਿ ਆਓ ਚਾਹ ਪੀਏ। ਤੇ ਇਹ ਜਿਹੜਾ ਬੌਂਡ ਹੁੰਦਾ ਨਾ ਮਾਂ ਪਿਓ ਦੇ ਨਾਲ, ਇਹਦਾ ਵਾਕਈ ਅਗੈਨ ਹੋਈ ਗੱਲ ਹੈ ਜੀ, ਰਿਪਲੇਸਮੈਂਟ ਨਹੀਂ। ਅੱਛਾ ਡਾਕਟਰ ਸਾਹਿਬ, ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਮਾਂ ਧੀ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਮੈਨੂੰ ਇਹ ਦੱਸੋ ਧੀ ਦੀ ਤਰਬੀਅਤ ਦੇ ਵਿੱਚ ਮਾਂ ਦਾ ਬਹੁਤ ਵੱਡਾ ਕਿਰਦਾਰ ਹੁੰਦਾ ਹੈ। ਤੁਸੀਂ ਜਦੋਂ ਆਪਣੀ ਕੁੜੀ ਦੀ ਤਰਬੀਅਤ ਕਰ ਰਹੇ ਹੁੰਦੇ ਹੋ ਜਾਂ ਕਰ ਚੁੱਕੇ ਹੋ ਜਿੰਨੀ, ਤੁਹਾਡਾ ਫੋਕਸ ਪ੍ਰਾਈਮ ਕੀ ਸੀ? ਕਿਉਂਕਿ ਇੱਕ ਚੰਗੀ ਮਾਂ ਹੀ ਪੂਰਾ ਮੁਆਸ਼ਰਾ ਚੰਗਾ ਤਸ਼ਕੀਲ ਦੇ ਸਕਦੀ ਹੈ। ਆਪਣੀ ਕੁੜੀ ਦੀ ਤਰਬੀਅਤ ਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਸ਼ਾਮਿਲ ਕਰ? देखिए बात ਜਿਹੜੀ ਹੈ, ਮੈਨੂੰ ਲੱਗਦਾ ਹੈ ਮੇਰਾ ਇੱਕ ਬੇਟਾ ਵੀ ਹੈਗਾ ਤੇ ਇੱਕ ਬੇਟੀ ਵੀ ਹੈ, ਅੱਲਾਹ ਦਾ ਸ਼ੁਕਰ ਹੈ। ਮਾਸ਼ਾਅੱਲਾ। ਮੈਨੂੰ ਇੰਝ ਲੱਗਦਾ ਹੈ ਕਿ ਬਹੁਤਾ ਕੋਈ ਪਰਵਰਿਸ਼ 'ਚ ਫਰਕ ਨਹੀਂ ਆਇਆ ਹੁਣ। ਨਾਲੇ ਬੇਟੀ ਨੂੰ ਵੀ ਤੁਸੀਂ ਉਹੀ ਵੈਲਿਊਜ਼ ਦੱਸਣੀ ਹੈ ਜਿਹੜੀ ਬੇਟੇ ਨੂੰ ਦੱਸਣੀ ਹੈ। ਤੇ ਮਜ਼ਬੂਤ ਬੇਟੀ ਨੂੰ ਵੀ ਬਣਾਉਣਾ ਹੈ, ਬੇਟੀ ਨੂੰ ਵੀ ਬਣਾਉਣਾ ਹੈ। ਕੱਲ ਕੋ ਦੁਨੀਆ 'ਚ ਦੋनों ने ही दुनिया 'ਚ जा के फेस करना है। तो बिल्कुल बेटी का भी वही उसी तरह के कोई वही बात है कि हर चीज़ सच्चाई और ऑनेस्टी दे नाल ते नाल मजबूत भी बहुत ज़रूरी है रहे। ते हाँ बेटियों में मुझे इंज लगता है क्योंकि ख़ुद मैं भी हूँ, मुझे ऐसा लगता है कि अगर मैं भी बेटी होने की वजह से तो
ਬਹੁਤ ਚੀਜ਼ਾਂ 'ਚ ਮਤਵਾਜ਼ਨ ਰੱਖਣਾ ਪੈਂਦਾ ਹੈ ਇੱਕ ਕੁੜੀ ਨੂੰ, ਜੋ ਸ਼ਾਇਦ ਮੁੰਡੇ ਨੂੰ ਨਹੀਂ ਕਰਨਾ ਕੀ ਜ਼ਰੂਰਤ ਹੁੰਦੀ। ਸ਼ਾਇਦ ਇੱਕ ਨੇਚਰ ਅੱਲਾ ਨੇ ਬਣਾਈ ਹੈ। ਅਗਰ ਮੈਂ ਆਪਰੇਸ਼ਨ ਵੀ ਕਰਦੀ ਪਈ ਹਾਂ ਤਾਂ ਮੇਰੇ ਜ਼ਹਿਨ 'ਚ ਹੋਤਾ ਹੈ ਬੱਚਿਆਂ ਦੀ ਛੁੱਟੀਆਂ ਦਾ ਟਾਈਮ ਹੋ ਰਿਹਾ, ਛੁੱਟੀ ਦਾ ਟਾਈਮ ਹੋ ਰਿਹਾ, ਤੇ ਬੱਚੇ मतलब एक नेचर है कि ध्यान थोड़ा डाइवर्ट हो ध्यान घर च भी फोकस रखना है ते इत्ते भी, ते आदमी दा नेचर शायद ऐसा नहीं होंदा कि उन्होंने ते एक एक चीज़ नूं वेखना बच्चों दी भी, पढ़ाई तो लेके ते खान पीन तो लेके। वो कुड़ियां नूं ऐ मतवाजन रखना बहुत सिखाना नाल नाल ज़रूरी होंदा है कि हर चीज़ नूं ठीक, हर चीज़ परफेक्ट तो हम इंसान हो नहीं सकता, उस लेवल से पहुंचना मुमकिन नहीं, लेकिन मतवाजन रखते जाएं कि चलो कुछ बेहतरी रहे। तो परवरिश च यह चीज़ भी ऐड करना बहुत ज़रूरी है कि हर चीज़ ਨੂੰ ਲੈ ਕੇ ਨਾਲ ਚੱਲਣਾ ਬਹੁਤ ਹੈ। ਬਿਲਕੁਲ ਠੀਕ। ਤੇ ਇਹ ਡਾਕਟਰ ਸਾਹਿਬ ਨੇ ਬਹੁਤ ਚੰਗੀ ਗੱਲ ਕੀਤੀ ਹੈ ਕਿ ਨਾ ਕੁੜੀ ਮੁੰਡੇ ਦੋਵਾਂ ਦੀ ਇਕੁਐਲਿਟੀ ਦੇ ਨਾਲ ਤਰਬੀਅਤ ਕਰੋ ਨਾ, ਹੈ ਨਾ। ਅਸੀਂ ਜਵਾਬ ਸਾਹਿਬ ਮਾਜ਼ਮ ਤੁਹਾਡੀ ਗੱਲ ਕੱਟ ਰਹੇ ਹਾਂ, ਤੁਸੀਂ ਮੈਨੂੰ ਇਸ ਸਵਾਲ ਦਾ ਜੀ ਤੁਸੀਂ ਜਵਾਬ ਹੀ ਦੇ ਦੇਵੋ ਮਰਦ ਹੋਣ ਦੇ ਨਾਤੇ। ਅਸੀਂ ਇਹ ਵੀ ਵੇਖਦੇ ਹਾਂ ਨਾ ਕਿ ਕਹਿੰਦੇ ਨੇ ਜੀ ਗੈਰਤ ਘਰ ਦੀ ਲੈ ਕੇ ਕੁੜੀ ਟੁਰ ਰਹੀ ਹੈ, ਇੱਜ਼ਤ ਘਰ ਦੀ ਲੈ ਕੇ ਕੁੜੀ ਟੁਰ ਰਹੀ ਹੈ। ਇਹ ਸਪੈਸੀਫਿਕਲੀ ਕੁੜੀ ਕਿਉਂ ਲੈ ਕੇ ਟੁਰ ਰਹੀ ਹੈ? ਮੁੰਡੇ ਤੇ ਵੀ ਤੇ ਉਨੀ ਜ਼ਿੰਮੇਵਾਰੀ। ਵੇਖੋ ਇਹਦੇ ਨਾ ਦੋ ਜਵਾਬ ਨੇ। ਠੀਕ ਹੈ। ਇੱਕ ਤੇ ਇਹ ਕਿ ਵੇਖੋ ਇੱਜ਼ਤ ਯਕੀਨਨ ਇਸ ਤਰ੍ਹਾਂ ਹੀ ਹੈ ਕਿ ਧੀ ਦੇ ਸਿਰ ਤੇ ਵੀ ਉਹੀ ਭਾਰ ਹੈ ਤੇ ਮੁੰਡੇ ਦੇ ਸਿਰ ਤੇ ਵੀ। ਬਿਲਕੁਲ ਬਿਲਕੁਲ। ਹਾਂ, ਮਸਲਾ ਇਹ ਵੇ ਕਿ ਅਸੀਂ ਨਾ ਜਿਹੜਾ ਅਸਲ ਗੱਲ ਹੈ ਨਾ ਉਹ ਇਹ ਵੇ ਕਿ ਪੰਜਾਬੀ ਖਾਸ ਤੌਰ ਤੇ ਕਲਚਰ ਵਿੱਚ ਅਸੀਂ ਧੀਆਂ ਦੇ ਬਾਰੇ ਚ ਜ਼ਿਆਦਾ ਸੈਂਸਿਟਿਵ ਹੋ ਜਾਂਦੇ ਹਾਂ। ਅਸੀਂ ਮੁੰਡਿਆਂ ਨੂੰ, ਮੈਂ ਤੇ ਆਪਣੇ ਘਰ ਵਿੱਚ ਕਮ ਸੇ ਕਮ ਇਹੀ ਚੀਜ਼ ਵੇਖੀ ਹੈ ਕਿ ਵੇਖੋ ਮੈਂ ਅੱਗੇ ਵੀ ਇਹ ਪਹਿਲਾਂ ਸ਼ੋਅ ਵਿੱਚ ਕਈ ਵਾਰਾਂ ਦੱਸਿਆ ਕਿ ਸਾਨੂੰ ਆਪਣੇ ਬਚਪਨ ਵਿੱਚ 2 ਵਜ੍ਹਾ ਤੋਂ ਮਾਰ ਪਈ ਹੈ ਕਦੀ, ਵਰਨਾ ਕਿਸੇ ਚੀਜ਼ ਤੋਂ ਮਾਰ ਨਹੀਂ ਸੀ ਪਈ। ਇੱਕ ਇਹ ਸੀ ਕਿ ਬਾਹਰ ਕਿਸੇ ਨਾਲ ਲੜ ਪਏ, ਉਹਦੀ ਵਜ੍ਹਾ ਤੋਂ ਮਾਰ ਪਈ, ਜਾਂ ਆਪਣੀ ਭੈਣ ਨੂੰ ਕੁਝ ਕਹਿਤਾ ਤੇ ਉੱਤੇ ਮਾਰ ਪਈ ਹੈ। ਤੇ ਸਾਡੇ ਖਾਣ ਪੀਣ ਵਿੱਚ ਸਾਡੇ ਘਰ ਵਿੱਚ ਕਦੀ ਕੋਈ ਫਰਕ ਨਹੀਂ ਸੀ ਕਿ ਜੀ ਇਹ ਮੁੰਡਾ ਇਹ ਖਾਏਗਾ ਤੇ ਧੀ ਇਹ ਖਾਏਗੀ। ਸਾਡੇ ਘਰ ਵਿੱਚ ਕੋਈ ਐਸਾ ਫਰਕ ਨਹੀਂ ਸੀ। ਔਰ ਮੇਰਾ ਖਿਆਲ ਹੈ ਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਅਸਲ ਜਿਹੜਾ ਕਲਚਰ ਹੈ ਉਹ ਹੈ ਵੀ ਇਹੀ ਹੈ। ਸਿਰਫ ਧੀਆਂ ਨੂੰ ਕਰਕੇ ਅਸੀਂ ਸੈਂਸਿਟਿਵ ਜ਼ਿਆਦਾ ਹਾਂ। ਇਸ ਵਜ੍ਹਾ ਤੋਂ ਅਸੀਂ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਇਆ ਭਾਰ ਜਿਹੜਾ ਨਾ ਉਹ ਜ਼ਿਆਦਾ ਉਹਨਾਂ ਦੇ ਉੱਤੇ ਰੱਖ ਕੁੜੀਆਂ ਤੇ ਰੱਖ ਦਿੰਦੇ ਹਾਂ। ਤੇ ਮੈਂ ਤੇ ਉਹ ਭਾਰ ਕੁੜੀਆਂ ਨੂੰ ਧੀਆਂ ਨੂੰ ਚੁੱਕਦਿਆਂ ਵੀ ਵੇਖਿਆ ਤੇ ਉਹਦੇ ਵਿੱਚ ਉਹ ਚੁੱਕ ਕੇ ਉਹ ਉਹਨਾਂ ਨੂੰ ਵੱਡਿਆਂ ਹੁੰਦਿਆਂ ਵੀ ਵੇਖਿਆ। ਉਹ ਕਦੀ ਨੀਵੀਆਂ ਨਹੀਂ ਹੋਈਆਂ। ਉਹ ਬਿਲਕੁਲ 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 ਜੀ। ਤੇ ਅਗੇਨ ਉਹੀ ਗੱਲ ਨੂੰ ਅਸੀਂ ਸੈਕਿੰਡ ਕਰਾਂਗੇ ਜਿਵੇਂ ਡਾਕਟਰ ਸਾਹਿਬ ਨੇ ਕਹਿਣਾ ਜਵਾਬ ਸਾਹਿਬ ਕਿ ਤਰਬੀਅਤ ਜਦੋਂ ਕਰੋ ਜਿੰਜ ਕੁੜੀਆਂ ਤੇ ਫੋਕਸ ਕਰ ਰਹੇ ਹੋ ਮੁੰਡਿਆਂ ਤੇ ਵੀ ਉਹਨਾਂ ਫੋਕਸ ਕਰੋ, ਕਿਉਂਕਿ ਮਾਸ਼ਰਾ ਕੁੜੀ ਮੁੰਡੇ ਦੋਵਾਂ ਨੇ ਰਲ ਕੇ ਬਣਾਉਣਾ ਨਾ। ਤੁਸੀਂ ਇਹ ਨਹੀਂ ਕਰ ਸਕਦੇ ਕੁੜੀ ਨੂੰ ਸਾਰਾ ਕੁਝ ਸਿਖਾ ਦੇਵੋ ਤੇ ਮੁੰਡੇ ਨੂੰ ਤੁਸੀਂ ਸਿਖਾਓ ਹੀ ਨਾ ਕਿ ਇੰਜ ਦੀ ਕੁੜੀ ਦੇ ਨਾਲ ਕਿੰਜ ਰਹਿਣਾ, ਤੇ ਉਹ ਫਿਰ ਇੱਕ ਬੈਲੈਂਸ ਰਹਿੰਦਾ ਨਹੀਂ। ਲੇਕਿਨ ਮੈਂ ਡਾਕਟਰ ਸਾਹਿਬ ਦੀ ਇਸ ਗੱਲ ਤੋਂ ਬਿਲਕੁਲ ਅਗਰੀ ਕਰਨਾ ਕਿ ਕੁਝ ਫਰਕ ਜਿਹੜੇ ਨੇ ਉਹ ਰੱਬ ਤਾਲਾ ਨੇ ਮਰਦ ਔਰ ਔਰਤ ਦੇ ਵਿੱਚ ਇੱਕ ਫਰਕ ਰੱਖਿਆ ਹੈ। ਤੇ ਉਹ ਜਿਹੜਾ ਨਾ ਉਹ ਔਰਤ ਨੂੰ ਉਹ ਚੀਜ਼ ਜਿਹੜੀ ਹੈ ਉਹ ਹਰ ਮਾਂ ਨੂੰ ਆਪਣੀ ਬੇਟੀ ਨੂੰ ਫਿਰ ਉਹਨੂੰ ਆਪਣੇ ਬੇਟਿਆਂ ਵਿੱਚ ਬੱਚਿਆਂ ਵਿੱਚ ਉਹ ਸਮਝਾਉਣੀ ਕਿ ਉਹ ਬੈਲੈਂਸ ਜਿਹੜਾ ਨਾ ਉਹ ਘਰ ਨੂੰ ਨਹੀਂ ਭੁੱਲ ਸਕਦੀ, ਉਹ ਘਰ ਨੂੰ ਪਿੱਛੇ ਨਹੀਂ ਛੱਡ ਸਕਦੀ। ਮਰਦ ਦੇ ਵੀ ਇਸੇ ਤਰ੍ਹਾਂ ਕੁਝ ਹੋਰ ਰੋਲਸ ਨੇ, ਉਹ ਵੀ ਸ਼ਾਇਦ ਮਾਪਿਓ ਨੂੰ ਆਪਣੇ ਪੁੱਤਰਾਂ ਵਿੱਚ ਵੀ ਉਹ ਇਨਸਟਿਲ ਕਰਨ ਦੀ ਜ਼ਰੂਰਤ ਹੈ। ਜਿਵੇਂ ਮੈਨੂੰ ਇਹ ਲੱਗਦਾ ਹੈ ਕਿ ਅਗਰ ਕਿਸੇ ਮਰਦ ਦੇ ਵਿੱਚ ਰਿਸਪੌਂਸਿਬਿਲਿਟੀ ਜਾਂ ਜ਼ਿੰਮੇਵਾਰੀ ਦਾ ਅੰਸਰ ਮੌਜੂਦ ਨਹੀਂ ਹੈ ਤੇ ਉਹਦੀ ਪਰਵਰਿਸ਼ ਠੀਕ ਨਹੀਂ। ਤੇ ਅਗਰ ਕਿਸੇ ਖਾਤੂਨ ਵਿੱਚ ਮਮਤਾ ਦਾ ਅੰਸਰ ਮੌਜੂਦ ਨਹੀਂ ਹੈ ਤੇ ਇੱਕ ਚੀਜ਼ ਇਹਦੇ ਵਿੱਚ ਮੈਂ ਐਡ ਕਰਾਂਗੀ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਪਈ ਸੀ ਪੇਸ਼ੈਂਟ ਦਾ ਕਿ ਕੁੜੀਆਂ ਹੁੰਦੀ ਜਾ ਰਹੀਆਂ ਸਨ ਤੇ ਮੁੰਡਾ ਨਹੀਂ ਹੋਇਆ, ਇਸ ਤਰ੍ਹਾਂ ਵੀ ਪੇਸ਼ੈਂਟ ਹੈਗੇ ਨੇ ਜਿਹੜੇ ਮੁੰਡੇ ਹੋ ਰਹੇ ਆ ਤੇ ਕੁੜੀ ਵਾਸਤੇ ਵੀ ਹਮਲਾ। ਜੀ ਬਿਲਕੁਲ। ਔਰ ਜਦੋਂ ਕੁੜੀ ਆਈ ਤਾਂ ਉਹਨਾਂ ਦੀ ਕਹਾਣੀ ਸੁਣਨੇ ਵਾਲੀ ਹੁੰਦੀ ਹੈ। ਇੰਨੀ ਮਜ਼ੇਦਾਰ ਬਾतें ਉਹ ਦੱਸਦੇ ਨੇ ਕਿ ਕੁੜੀ ਆਈ ਤਾਂ घर लगना शुरू हो गया। सही गल है। जेड़ा है कि पूरा सिस्टम ठीक हो गया। हाँ, वो मां शुक्र करदी ने कि कुड़ी आ गई है। ਤੇ ਨਾਲ ਵੀ ਇਹ ਕਿ ਉਹ ਕਹਿੰਦੇ ਨੇ ਕਿ ਘਰ 'ਚ ਅਸੀਂ ਜਿਹੜਾ ਖਾਣਾ ਜਦੋਂ ਆਉਂਦੇ ਜਾਂਦੇ ਕੋਈ ਖਾ ਰਿਹਾ ਤਾਂ ਹੁਣ ਖਾਣਾ ਪੂਰਾ ਲੱਗਦਾ ਨਹੀਂ, ਤੇ ਨਾਲ ਪੂਰਾ ਇੱਕ ਸਿਸਟਮ ਚੱਲ ਗਿਆ। ਰੰਗ ਪੂਰੇ ਹੁੰਦੇ ਨੇ ਨਾ। ਮੇਰੇ ਆਪਣੇ ਘਰ ਮੇਰੇ ਕਿਉਂਕਿ ਦੋਵੇਂ ਭਰਾ ਵੱਡੇ ਨੇ ਤੇ ਮੈਂ ਕਾਫੀ ਦੇਰ ਬਾਅਦ ਹੋਈ ਤੇ ਮੇਰੀ ਵਾਲਿਦਾ ਸਾਹਿਬਾ ਕੀ ਕਰਦੇ ਸਨ, ਉਹ ਮੇਰਾ ਜਿਹੜੇ ਵੱਡੇ ਭਰਾ ਸਨ ਨਾ ਉਹਨਾਂ ਨੂੰ 2 ਪੌਣੀਆਂ ਕਰ ਲਈਆਂ, ਉਹਨਾਂ ਦੇ ਵਾਸਤੇ ਫਰਾਕ ਉਹਨਾਂ ਨੂੰ ਪਵਾਏ ਨੇ, ਕਿਉਂਕਿ ਉਹ ਕਹਿੰਦੇ ਨੇ ਮੈਨੂੰ ਸ਼ੁਰੂ ਤੋਂ ਨਾ ਕੁੜੀਆਂ ਦਾ ਸ਼ੌਕ ਸੀ ਕਿ ਮੇਰੀ 7 ਧੀਆਂ ਹੋਣ, ਲੇਕਿਨ ਅੱਲਾ ਨੇ 1 ਹੀ ਦਿੱਤੀ ਤੇ ਉਸ ਤੋਂ ਪਹਿਲਾਂ ਮੇਰੇ ਭਰਾਵਾਂ ਨੇ ਬਹੁਤ ਟੌਰਚਰ ਬਰਦਾਸ਼ਤ ਕੀਤੇ ਹੈ। ਤੇ ਬਾਕੀ ਇਹ ਗੱਲ ਹੈ ਕਿ ਕੁੜੀ ਦੇ ਨਾਲ ਰੰਗ ਜ਼ਰਾ ਮੁਕੰਮਲ ਹੋ ਸਕਦਾ ਹੈ। ਖੈਰ ਧੀ ਹੋਵੇ ਪੁੱਤਰ ਹੋਏ ਜੀ ਸਿਹਤਮੰਦ ਹੋਏ ਦੁਆ ਹੈ ਨਾ ਜਵਾਬ ਸਾਹਿਬ, ਸਿਹਤਮੰਦ ਹੋਵੇ
ਜਿਹੜਾ ਨਾ ਉਹ ਖੁਸ਼ੀਆਂ ਵੰਡਣ ਵਾਲਾ ਹੋਵੇ, ਹਾਂ ਦੁੱਖ ਦੇਣ ਵਾਲਾ ਨਾ ਹੋਏ। ਤੇ ਜੇ ਤੁਹਾਡੇ ਪੁੱਤਰ ਨੇ, ਤੇ ਜਿੰਜ ਪ੍ਰੋਫੈਸਰ ਸਾਹਿਬ ਨੇ ਕਿਹਾ, ਤੁਸੀਂ ਪੁੱਤਰ ਵਿਆਹ ਕੇ ਕੱਲ ਨੂੰ ਘਰ ਧੀਆਂ ਲੈ ਕੇ ਆ ਸਕਦੇ ਹੋ, ਮਸਲੇ ਵਾਲੀ ਤੇ ਗੱਲ ਹੀ ਨਹੀਂ ਹੈ। ਤੇ ਕਿਉਂਕਿ ਵੇਲਾ ਥੋੜਾ ਹਵੇਲੀ ਦਾ ਘੱਟ ਜਵਾਬ, ਫਟਾਫਟ ਇਹ ਵੀ ਦੱਸ ਦਿਓ ਕਿ ਸਾਡੇ ਨਾਲ ਜੁੜਿਆ ਕੌਣ ਕੌਣ ਹੈ। ਦੇਖੋ ਜੀ, ਮੇਰੇ ਨਾਲ ਤੇ ਨੇ ਰੁਪਿੰਦਰ ਸਾਹਿਬ ਨੇ, ਉਹ ਕਹਿੰਦੇ ਨੇ ਜੀ ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ। ਹਰਜਿੰਦਰ ਸਿੰਘ ਸਾਹਿਬ ਕਹਿੰਦੇ ਨੇ ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬੜੀ ਬਹੁਤ ਸ਼ੁਕਰੀਆ ਮਿਹਰਬਾਨੀ। ਜੀ। ਅਮਰਜੀਤ ਸਿੰਘ ਸਾਹਿਬ ਕਹਿੰਦੇ ਨੇ ਜੀ ਗੁੱਡ ਜੌਬ, ਵੈਰੀ ਨਾਈਸ ਵੀਡੀਓ, ਬਹੁਤ ਸ਼ੁਕਰੀਆ ਜਨਾਬ। ਇੰਦਰਪ੍ਰੀਤ ਸਿੰਘ ਸਾਹਿਬ ਕਹਿੰਦੇ ਨੇ ਬਹੁਤ ਖੂਬ, ਲਵ ਫਰੋਮ ਅੰਮ੍ਰਿਤਸਰ, ਲਵ ਯੂ ਟੂ ਫਰੋਮ ਲਾਹੌਰ ਜਨਾਬ। ਤੇ ਖੁਸ਼ ਰਹੋ, ਆਬਾਦ ਰਹੋ। ਵਾਹ 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 ਜੀ। ਤੇ ਮੇਰੇ ਨਾਲ ਵੀ ਕੁਝ ਲੋਕ ਜੁੜੇ ਨੇ ਜੀ। ਗੁਰਦੀਪ ਸਿੰਘ ਸਾਹਿਬ ਨੇ, ਉਹ ਕਹਿੰਦੇ ਨੇ ਵੈਰੀ ਨਾਈਸ ਵੀਡੀਓ, ਬਹੁਤ ਸ਼ੁਕਰੀਆ ਜੀ। ਗੁਰਦੇਵ ਸਿੰਘ ਸਾਹਿਬ ਨੇ, ਉਹ ਵੀ ਕਹਿ ਰਹੇ ਨੇ ਜੀ ਗੁੱਡ ਸ਼ੋ, ਤੇ ਥੈਂਕ ਯੂ ਵੈਰੀ ਮਚ। ਨਾਲ ਸ਼ਾਹਿਦ ਸਾਹਿਬ ਨੇ, ਉਹ ਕਹਿੰਦੇ ਨੇ ਬਹੁਤ ਖੂਬ, ਉਹ ਜਿੰਦੇ ਤੇ ਵਸਦੇ ਰਹੋ ਜੀ, ਬਹੁਤ ਸ਼ੁਕਰੀਆ ਜੀ। ਤੁਸੀਂ ਵੀ ਜਿੰਦੇ ਵਸਦੇ ਰਹੋ। ਤੇ ਕੀ ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੁਹਾਨੂੰ ਈਮੇਲ ਆਈਡੀ ਵੀ ਆਪਣੀ ਸਕਰੀਨ ਤੇ ਦਿਸ ਰਹੀ ਹੋਏਗੀ, ਫੋਨ ਨੰਬਰ ਵੀ ਦਿਸ ਰਿਹਾ ਹੋਏਗਾ, ਉਹਦੇ ਰਾਹੀਂ ਤੁਸੀਂ ਸਾਨੂੰ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹਦਾ ਲੱਗਿਆ ਦੱਸ ਸਕਦੇ ਹੋ। ਧੀਆਂ ਤੁਹਾਡੇ ਲਈ ਕੀ ਨੇ, ਇਹ ਵੀ ਸਾਡੇ ਨਾਲ ਲਾਜ਼ਮੀ ਸ਼ੇਅਰ ਕਰੋ, ਕਿਉਂਕਿ ਇਹ ਜਿਹੜੀ ਖੂਬਸੂਰਤੀ ਹੈ ਨਾ, ਅੱਲਾ ਸਭ ਨੂੰ ਦੇ। ਤੇ ਜਿੰਜ ਧੀਆਂ ਆਪਣੇ ਮਾਪਿਓ ਨਾਲ ਪਿਆਰ ਕਰਦੀਆਂ ਨੇ ਨਾ, ਉਹਦਾ ਵੀ ਕੋਈ ਰਿਪਲੇਸਮੈਂਟ ਨਹੀਂ ਜੇ ਹੈ। ਕਿਉਂਕਿ ਮੈਂ ਇੱਕ ਧੀ ਹਾਂ, ਮੇਰੇ ਲਈ ਮੇਰੇ ਮਾਪਿਓ ਕੀ ਨੇ, ਮੈਨੂੰ ਇਸ ਸ਼ੈ ਨੂੰ ਮੈਂ ਅੰਡਰਸਟੈਂਡ ਕਰ ਸਕਦੀ ਕਿ ਇਹ ਜਿਹੜਾ ਰਿਸ਼ਤਾ ਹੈ, ਇਹ ਜਿਹੜੀ ਮੁਹੱਬਤ ਹੈ, ਇਹ ਕਿਸੇ ਔਰ ਦੇ ਨਾਲ ਹੋ ਹੀ ਨਹੀਂ ਸਕਦੀ। ਬਿਲਕੁਲ ਇਸ ਹੈ ਨਾ ਜਵਾਬ ਸਾਹਿਬ? ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਇਹਦੇ ਨਾਲ ਨਾਲ ਅਸੀਂ ਆਪਣੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਦੱਸਦੇ ਚੱਲੀਏ ਕਿ ਜਿਵੇਂ ਅਸੀਂ ਤੁਹਾਨੂੰ ਸ਼ੁਰੂ ਵਿੱਚ ਇੱਕ ਗੀਤ ਸੁਣਾਇਆ, ਹਾਂਜੀ, ਸੁਨੋ ਪੰਜਾਬ ਜਿਹੜਾ ਉਹ ਮਿਊਜ਼ਿਕ ਵੀ ਪ੍ਰੋਡਿਊਸ ਕਰ ਰਿਹਾ, ਔਰ ਉਹ ਮਿਊਜ਼ਿਕ ਜਿਹੜਾ ਉਹ ਕਿਉਂਕਿ ਸੁਨੋ ਪੰਜਾਬ ਦਾ, ਤੇ ਉਹ ਪੰਜਾਬ ਦੇ ਕਲਚਰ ਵਿੱਚ ਗੁੰਨ ਕੇ ਪੈਦਾ ਕੀਤਾ ਗਿਆ, ਤੇ ਉਹ ਤੁਹਾਡੇ ਲਈ ਸੁਣਨ ਲਈ ਬਣਾਇਆ ਗਿਆ। ਉਹਨੂੰ ਸੁਣੋ, ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ, ਔਰ ਕਮੈਂਟਸ ਵਿੱਚ ਸਾਨੂੰ ਦੱਸਿਆ ਕਰੋ ਕਿ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ, ਕਿਹੜੀ ਚੀਜ਼ ਨਹੀਂ ਲੱਗਦੀ। ਬਿਲਕੁਲ ਜੀ। ਤੇ ਬੜਾ ਜ਼ਬਰਦਸਤ ਜਵਾਬ ਸਰ, ਜਿਹੜਾ ਟਰੈਕ ਜਿੰਦ ਮਾਣੀ ਅਸੀਂ ਸੁਣਾਇਆ, ਤੁਸੀਂ ਉਸ ਬਾਰੇ ਵੀ ਸਾਨੂੰ ਫੀਡਬੈਕ ਦੱਸਣੀ ਹੈ ਕਿ ਤੁਹਾਨੂੰ ਇਹ Song ਸੁਣ ਕੇ कैसा लगे। अपनी मावा ਨੂੰ ਵੀ ਇਹ Song ਡੈਡੀਕੇਟ ਕਰੋ, ਮਾਵਾ ਸੁਣ ਰਹੀਆਂ ਨੇ ਤੇ ਆਪਣੀ ਧੀਆਂ ਨੂੰ ਡੈਡੀਕੇਟ ਕਰਨ ਤੇ ਸਾਨੂੰ ਦੱਸਣ ਕਿ ਤੁਹਾਨੂੰ ਸੁਣ ਕੇ ਕਿਹਦਾ ਲੱਗੇ, ਕਿਉਂਕਿ ਇਹਦੇ ਔਰ ਟਰੈਕ ਮਜ਼ੀਦ ਅਸੀਂ ਰੱਖੇ ਨੇ ਜਿਹੜੇ ਤੁਹਾਡੇ ਲਈ ਅਸੀਂ ਲੈ ਕੇ ਆਣੇ ਨੇ। ਬਿਲਕੁਲ ਜੀ, ਸਾਡੀ ਪਟਾਰੀ ਵਿੱਚ ਬਹੁਤ ਕੁਝ ਹੈ, ਉਹ ਅਸੀਂ ਵੇਲੇ ਦੇ ਵੇਲੇ ਛੱਡਦੇ ਰਵਾਂਗੇ ਇਨਸ਼ਾਅੱਲਾ ਜੀ। ਤੇ ਇੱਥੇ ਬਹੁਤ ਜ਼ਿਆਦਾ ਸ਼ੁਕਰੀਆ ਡਾਕਟਰ ਸਾਹਿਬਾ, ਤੁਹਾਡੇ ਆਉਣ ਦਾ ਵੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ ਤੇ ਉਮੀਦ ਕਰ ਰਹੇ ਹਾਂ ਅਗਲੀ ਵਾਰ ਜਦੋਂ ਤੁਸੀਂ ਆਓਗੇ ਤੁਹਾਡੀ ਪੰਜਾਬੀ ਮਜ਼ੀਦ ਰਵਾਂ ਹੋਈ ਹੋਏਗੀ। ਮੇਰੀ ਤਾਂ ਤੁਸੀਂ ਪਹਿਲੀ ਪੰਜਾਬੀ ਕਾਫੀ, ਮੈਂ ਬਿਲਕੁਲ ਐਕਸਪੈਕਟ ਨਹੀਂ ਕਰਦੀ ਪਈ ਸੀ। ਪ੍ਰੋਫੈਸਰ ਸਾਹਿਬ ਨੇ ਸ਼ੁਰੂ ਤੋਂ ਹੀ ਬੜਾ ਮੈਨੂੰ ਮੋਟੀਵੇਟ ਕੀਤਾ, ਫਿਰ ਤੁਹਾਡੀ ਮੈਂ ਸੁਣ ਕੇ ਮੈਨੂੰ ਆਦੀ ਪੰਜਾਬੀ ਹੁਣੇ ਆ ਗਈ। ਬਸ ਤੁਸੀਂ ਹਰ 2 ਹਫ਼ਤੇ ਸਾਡੇ ਚੱਕਰ ਲਾਇਆ ਕਰੋ। ਥੈਂਕ ਯੂ। ਤੁਸੀਂ ਹਰ 2 ਹਫ਼ਤੇ ਸਾਡੇ ਕੋਲ ਚੱਕਰ ਲਾਇਆ ਕਰੋ, ਤੁਸੀਂ ਇਨਸ਼ਾਅੱਲਾ ਪੰਜਾਬੀ ਸਿਖਾਉਣ ਲੱਗ ਪੋਗੇ। ਬਲਕਿ ਤੁਸੀਂ ਵੇਖੋ, ਤੁਸੀਂ ਜਾ ਕੇ ਹਸਪਤਾਲ 'ਚ ਪੰਜਾਬੀ ਬੋਲੋਗੇ ਨਾ ਤੇ ਤੁਹਾਡੀਆਂ ਟੌਰਾਂ ਹੀ ਵੱਖਰੀਆਂ ਹੋਣਗੀਆਂ। ਤੁਸੀਂ ਬਿਲਕੁਲ ਠੀਕ ਹੈ। ਬਿਲਕੁਲ ਜੀ। ਤੇ ਪ੍ਰੋਫੈਸਰ ਅब्बास ਮਿਰਜ਼ਾ ਸਾਹਿਬ ਵੀ ਸਾਡੇ ਨਾਲ ਜੁੜੇ ਨੇ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ ਜੀ। ਬੜਾ ਸਾਂਝ ਪਾਈ ਸਰ, ਬੜੀਆਂ ਮਿੱਠੀਆਂ ਤੇ ਬਹੁਤ ਸੋਹਣੀਆਂ ਸੁੱਚੀਆਂ ਗੱਲਾਂ ਤੁਸੀਂ ਕੀਤੀਆਂ, ਬਹੁਤ ਸ਼ਾਨਦਾਰ ਸਾਰਾ ਪ੍ਰੋਗਰਾਮ, ਸਾਰਾ ਕੁਝ ਬਹੁਤ ਅੱਛਾ ਹੋਇਆ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤੇ ਫਟਾਫਟ ਜਵਾਬ ਸਾਹਿਬ ਵੇਖਣ ਵਾਲੇ ਕੋਲ ਵੀ ਇਜਾਜ਼ਤ ਲੈਣੇ ਆ ਜੀ। ਹਵੇਲੀ ਦੀ ਅਸੀਂ ਇੱਕ ਹੋਰ ਬੈਠਕ ਤੁਹਾਡੇ ਲਈ ਬੜੀ ਜਲਦੀ ਸਜਾਵਾਂਗੇ, ਉਸ ਵੇਲੇ ਲਈ ਤੁਸੀਂ ਸਾਨੂੰ ਇਜਾਜ਼ਤ ਦਿਓ। ਰੱਬ ਰਾਖਾ।